ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ 135ਵੇਂ ਦਿਨ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਵੀਰ ਭੈਣ ਭਰਾ ਜੁੜ ਚੁੱਕੇ ਆ, ਸਭ ਦਾ ਸਵਾਗਤ ਹੈ ਜੀ। ਆਓ ਆਪਣੇ ਖਿੰਡੀਆਂ ਹੋਈਆਂ ਵਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਜਾਪ ਦੇ ਨਾਲ ਜੁੜੀਏ ਜੀ। ਉਸ ਵਾਹਿਗੁਰੂ ਦੇ ਗੁਰ ਮੰਤਰ ਤੇ ਮੂਲ ਮੰਤਰ ਦਾ ਜਾਪ ਕਰਨਾ ਕਰੀਏ। ਅੱਜ ਜਾਪ ਦੀ ਸੇਵਾ ਲੈ ਰਹੇ ਨੇ ਹੁਸਨਪ੍ਰੀਤ ਸ਼ਰਮਾ ਜੀ, EPP ਨੰਬਰ 4021। ਹਾਂਜੀ ਹੁਸਨਪ੍ਰੀਤ ਜੀ, ਬੇਨਤੀ ਹੈ ਕਿ ਤੁਸੀਂ ਆਪਣਾ ਹੈਂਡ ਰੇਜ਼ ਕਰੋ, ਵੀਡੀਓ ਔਨ ਕਰੋ। ਤੇ ਇੱਕ ਬੇਨਤੀ ਕਿ ਸਾਰੇ ਬੱਚਿਆਂ ਨੂੰ ਜੋ ਹਰ ਰੋਜ਼ ਦੱਸਿਆ ਜਾਂਦਾ ਹੈ ਕਿ ਜਿਹੜਾ ਤੁਸੀਂ ਨਾਮ ਨੋਟ ਕਰਵਾਉਣੇ ਆ ਉਸ ਨਾਮ ਤੇ ਤੁਸੀਂ ਇਹ ਕੈਂਪ ਨੂੰ ਜੁਆਇਨ ਕਰਿਆ ਕਰੋ ਤਾਂ ਕਿ ਸਾਨੂੰ ਲੱਭਣਾ ਸੌਖਾ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਆਵਾਜ਼ ਸਾਫ਼ ਆ ਰਹੀ ਹੈ? ਆ ਰਹੀ ਹੈ ਜੀ, ਆ ਰਹੀ ਹੈ। ਹਾਂਜੀ ਸ਼ੁਰੂ ਕਰੋ ਬੇਟਾ। ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੁਸਨਪ੍ਰੀਤ ਕੌਰ ਜੀ, ਬਹੁਤ ਬਹੁਤ ਧੰਨਵਾਦ ਬੇਟਾ। ਥੋੜਾ ਆਪਾਂ ਸਿੱਖਦੇ ਆ ਨਾ, ਤੇ ਸਿੱਖਣ ਲਈ ਹਰ ਰੋਜ਼ ਤਕਰੀਬਨ ਬੇਨਤੀ ਕਰਦੇ ਆ। ਜਿਵੇਂ ਅਸੀਂ ਮੂਲ ਮੰਤਰ ਹੈ ਨਾ ਇਹ ਪੜ੍ਹਦੇ, ਤੇ ਮੂਲ ਮੰਤਰ ਜਦੋਂ ਜਿਵੇਂ ਨਿਰਭਉ ਨਿਰਵੈਰ ਇਹਦੀ ਉਦਾਹਰਨ ਦਿੰਦੇ ਆਪਾਂ, ਅਲੱਗ-ਅਲੱਗ ਦੋ ਸ਼ਬਦ ਪੜ੍ਹਦੇ ਆ। ਇਸੇ ਤਰ੍ਹਾਂ ਅਜੂਨੀ ਸੈਭੰ, ਤੇ ਭੰਗ ਗੱਗਾ ਨਹੀਂ ਬੋਲਣਾ ਗਾ। ਗੱਗਾ ਜਦੋਂ ਜਿਹੜੇ ਬੱਚੇ ਜਾਪ ਸਾਹਿਬ ਕਰਦੇ ਆ ਹਨਾ, ਉਹਨਾਂ ਦੀ ਇਹ ਪ੍ਰੈਕਟਿਸ ਹੋ ਜਾਂਦੀ ਹੈ। ਨਮਸਤੰ ਨਮਸਤੰ, ਇਹਦੀ ਆਪਣੀ ਆਵਾਜ਼ ਹੈ ਨਾ ਜਿਹੜੀ ਜੀਭ ਉੱਪਰ ਤਾਲੂ ਦੇ ਨਾਲ ਲੱਗ ਕੇ ਨੱਕ ਵਿੱਚੋਂ ਆਵਾਜ਼ ਆਉਂਦੀ ਹੈ। ਪੂਰਾ ਗੱਗਾ ਨਹੀਂ ਬੋਲਣਾ, ਭੰ ਗੱਗਾ ਪੂਰਾ ਨਹੀਂ ਬੋਲਣਾ ਗਾ, ਆਵਾਜ਼ ਨੱਕ ਵਿੱਚ ਦੀ ਆਉਂਦੀ ਹੈ। ਅਜੂਨੀ ਸੈਭੰ ਦੋ ਸ਼ਬਦ ਨੇ ਅਲੱਗ-ਅਲੱਗ। ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਾਂ ਕੀਰਤਨ ਦਾ ਆਨੰਦ ਮਾਣਦੇ ਹਾਂ ਜੀ। ਅੱਜ ਕੀਰਤਨ ਦੀ ਸੇਵਾ ਲੈ ਰਹੇ ਨੇ ਸੰਦੀਪ ਸਿੰਘ ਜੀ, EPP ਨੰਬਰ 15330 ਤਰਨ ਤਾਰਨ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਰੀਏ ਸ਼ੁਰੂ? ਹਾਂਜੀ ਹਾਂਜੀ ਸ਼ੁਰੂ ਕਰੋ ਜੀ। ਗੁਰ ਰਾਮਦਾਸ ਰਾਖੋ ਸਰਨਾਈ, ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਨਾਈ, ਗੁਰ ਰਾਮਦਾਸ ਰਾਖੋ ਸਰਨਾਈ।
गुरु रामदास राखो सरनाई। हमें अवगुण पारे एक गुण नाही, अमृत छाट बिखे बिख खाई। हमें अवगुण पारे एक गुण नाही, अमृत छाट बिखे बिख खाई। गुरु रामदास राखो सरनाई। गुरु रामदास राखो सरनाई। गुरु रामदास राखो सरनाई। गुरु रामदास राखो सरनाई। इक अरदास पाठ कीरत की, इक अरदास पाठ कीरत की। गुरु रामदास राखो सरनाई। गुरु रामदास राखो सरनाई। माया मोह परम पै भूलै, सुतदारा स्यों प्रीत लगाई। माया मोह परम पै भूलै, सुतदारा स्यों प्रीत लगाई। गुरु रामदास राखो सरनाई। गुरु रामदास राखो सरनाई। इक अरदास पाठ कीरत की, इक अरदास पाठ कीरत की। गुरु रामदास राखो सरनाई। गुरु रामदास राखो सरनाई। एक उत्तम पंथ सुनियो गुरु संगत, एक उत्तम पंथ सुनियो गुरु संगत। तेह मिलंत जम त्रास मिटाई। गुरु रामदास राखो सरनाई। गुरु रामदास राखो सरनाई। इक अरदास पाठ कीरत की। गुरु रामदास राखो सरनाई। गुरु रामदास राखो सरनाई। गुरु रामदास राखो सरनाई। गुरु रामदास राखो सरनाई। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸੰਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ ਕੀਰਤਨ ਦੇ ਨਾਲ ਜੋੜਿਆ ਕਿ ਅਸੀਂ ਭੱਟ ਸਾਹਿਬਾਨਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ, ਸਾਨੂੰ ਅਰਦਾਸ ਕਰਨ ਦੀ ਜਾਚ ਸਿਖਾਈ ਹੈ, ਕਿਵੇਂ ਅਸੀਂ ਔਗਣਾਂ ਦੇ ਨਾਲ ਭਰੇ ਹੋਏ ਤੇ ਮਾਇਆ ਦੇ ਮੋਹ ਵਿੱਚ, ਭਰਮਾਂ ਦੇ ਵਿੱਚ ਪਏ ਹੋਏ ਅਸੀਂ ਉਸ ਵਾਹਿਗੁਰੂ ਅੱਗੇ ਅਰਦਾਸ ਕਰੀਏ। ਸਾਨੂੰ ਅਰਦਾਸ ਬੇਨਤੀ ਜੋਦੜੀ ਕਰਨ ਦੀ ਜਾਚ ਸਿਖਾਉਂਦੇ ਨੇ ਭੱਟ ਸਾਹਿਬਾਨ। ਸੋ ਸਾਨੂੰ ਸੰਦੀਪ ਸਿੰਘ ਨੇ ਗੁਰਬਾਣੀ ਦੇ ਵਿੱਚੋਂ, ਭੱਟਾਂ ਦੇ ਸਵਈਆਂ ਦੇ ਵਿੱਚੋਂ ਦਰਸ਼ਨ ਕਰਵਾਏ। ਬਹੁਤ ਬਹੁਤ ਧੰਨਵਾਦ ਜੀ। ਇੱਕ ਬੱਚਿਆਂ ਨੂੰ ਬੇਨਤੀ ਹੈ ਜੀ ਕਿ ਜਿੰਨੇ ਵੀ ਕਿਸੇ ਵੀ ਬੱਚੇ ਦੇ ਮਨ ਵਿੱਚ ਕੋਈ ਵੀ ਸਵਾਲ ਹੈ ਕਿਸੇ ਵੀ ਤਰ੍ਹਾਂ ਦਾ, ਤਾਂ ਸਾਰੇ ਬੱਚੇ ਆਪਣਾ ਸਵਾਲ ਜਿਹੜਾ ਤੁਹਾਨੂੰ ਨੰਬਰ ਦਿੱਤਾ ਜਾਂਦਾ ਹੈ 78884 91761, ਇਸ ਨੰਬਰ ਤੇ WhatsApp ਰਾਹੀਂ ਤੁਸੀਂ ਲਿਖ ਸਕਦੇ ਹੋ, ਲਿਖ ਕੇ ਭੇਜ ਸਕਦੇ ਹੋ, ਬੋਲ ਕੇ ਭੇਜ ਸਕਦੇ ਹੋ। ਸੋ ਸਾਰੇ ਬੱਚਿਆਂ ਨੂੰ ਫਿਰ ਦੱਸਿਆ ਜਾਂਦਾ ਹੈ ਕਿ ਕਿਸੇ ਵੀ ਬੱਚੇ ਦੇ ਮਨ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਤਾਂ ਤੁਸੀਂ ਆਪਣਾ ਸਵਾਲ 78884 91761 ਦੇ ਉੱਪਰ WhatsApp ਰਾਹੀਂ ਭੇਜ ਸਕਦੇ ਹੋ ਜੀ। ਅੱਜ ਸਾਡੇ ਨਾਲ ਗਿਆਨੀ ਰਵੇਲ ਸਿੰਘ ਜੀ ਜੁੜੇ ਨੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ। ਉਹਨਾਂ ਦਾ ਸਵਾਗਤ ਹੈ ਜੀ, ਤੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ
ਵਿਚਾਰ ਬੱਚਿਆਂ ਦੇ ਨਾਲ ਸਾਂਝੇ ਕਰਨਗੇ ਜੀ। ਸੋ ਬੇਨਤੀ ਹੈ ਜੀ ਕਿ ਗਿਆਨੀ ਰਵੇਲ ਸਿੰਘ ਜੀ ਆਪਣੇ ਵਿਚਾਰਾਂ ਰਾਹੀਂ ਆਪਣੇ ਨਾਲ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹ ਵਾਹਿਗੁਰੂ। ਵਾਹ ਬਾਣੀ ਨਿਰੰਕਾਰ ਹੈ, ਤਿਹ ਜੇਵ ਡਵਰ ਨਾ ਕੋਏ। ਵਾਹ ਵਾਹ ਅਗਮ ਅਥਾਉ ਹੈ, ਵਾਹ ਵਾਹ ਸੱਚਾ ਸੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਏ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ ਦਾ ਸਦਕਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ, ਜੋ ਆਪਣੇ ਅਨੰਦ ਸੇਵਕ ਗੁਰੂ ਪਿਆਰੇ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਜੂਕੇ ਵਾਲਿਆਂ ਤੇ ਸਤਿਗੁਰਾਂ ਨੇ ਪਾਵਨ ਪਵਿੱਤਰ ਸਿਰ ਤੇ ਹੱਥ ਰੱਖ ਕੇ ਜੋ ਐਜੂਕੇਟ ਪੰਜਾਬ ਪ੍ਰੋਜੈਕਟ ਉਹਨਾਂ ਵੱਲੋਂ ਚੱਲ ਰਿਹਾ, ਗੁਰੂ ਦੀ ਕਿਰਪਾ ਦੇ ਨਾਲ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜੋ 6 ਜੁਲਾਈ ਤੋਂ ਰੋਜ਼ਾਨਾ ਰੂਟੀਨ ਦੇ ਨਾਲ ਕੰਟੀਨਿਊਟ ਸੱਜੀ ਸ਼ਖਸੀਅਤ ਉਸਾਰੀ ਕੈਂਪ ਜੋ ਆਨਲਾਈਨ ਇਸੇ ਤਰ੍ਹਾਂ ਐਪ ਦੇ ਰਾਹੀਂ ਸਮੂਹ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖਾਂ ਦੇ ਬੱਚੇ, ਗੁਰੂ ਕੇ ਸਿੱਖ ਇਸ ਕੈਂਪ ਦੇ ਰਾਹੀਂ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਨਾਲ ਜੁੜ ਕੇ ਸਤਿਗੁਰਾਂ ਤੋਂ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਜੋ ਸੁਚੱਜਾ ਬਣਾਉਣ ਵਾਸਤੇ ਸਮੂਹ ਬੱਚੇ ਅਤੇ ਸਮੂਹ ਗੁਰਮੁਖ ਪਿਆਰੇ ਜਿਹੜੇ ਇਸ ਕੈਂਪ ਵਿੱਚ ਜੁੜੇ ਹਨ, ਦਾਸ ਵੱਲੋਂ ਸਮੂਹ ਇਸ ਜੁੜੇ ਹੋਏ ਕੈਂਪ ਵਿੱਚ ਗੁਰਮੁਖਾਂ ਪਿਆਰਿਆਂ ਨੂੰ, ਬੱਚਿਆਂ ਨੂੰ ਦਾਸ ਵੱਲੋਂ ਬੜੇ ਪਿਆਰ ਸਹਿਤ ਗੁਰੂ ਫਤਿਹ ਹੈ ਆਪ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਧੰਨਤਾ ਦੇ ਯੋਗ ਹੋ ਜੋ ਕਿ ਸਟੱਡੀ ਸ਼ਖਸੀਅਤ ਉਸਾਰੀ ਕੈਂਪ ਵਿੱਚ ਆਪ ਹਾਜ਼ਰੀਆਂ ਭਰ ਰਹੇ ਹੋ, ਆਪ ਵਿਚਾਰਾਂ ਕਰਨ ਵਾਸਤੇ ਜੁੜੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਵਿੱਚ ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਸਤਿਗੁਰਾਂ ਨੇ ਮਨੁੱਖ ਨੂੰ ਉਪਦੇਸ਼ ਦਿੱਤਾ ਹੈ ਕਿ ਮਨੁੱਖ ਦੋ ਤਰ੍ਹਾਂ ਦਾ ਸੰਸਾਰ ਵਿੱਚ ਹੈ, ਇੱਕ ਮਨਮੁਖ ਹੈ, ਇੱਕ ਗੁਰਮੁਖ ਹੈ, ਇੱਕ ਸਚਿਆਰ ਹੈ। ਸਚਿਆਰ ਕਹਿ ਲੋ, ਗੁਰਮੁਖ ਕਹਿ ਲੋ, ਇਸੇ ਤਰ੍ਹਾਂ ਕੂੜਿਆਰ ਕਹਿ ਲੋ ਤੇ ਜਿਹੜੇ ਮਨਮੁਖ ਕਹਿ ਲੋ। ਇਹ ਦੋ ਪੱਖ ਹਨ, ਕਿਉਂਕਿ ਪ੍ਰਮਾਤਮਾ ਨੇ ਜਦੋਂ ਤੋਂ ਉਸਾਰੀ ਕੀਤੀ ਹੈ ਸੰਸਾਰ ਦੀ, ਤੇ ਇਸ ਸੰਸਾਰ ਦੇ ਵਿੱਚ ਦੋ ਪੱਖ ਰੱਖੇ ਹੈ। ਕਿਉਂਕਿ ਜੇ ਸੱਚ ਹੈ ਤੇ ਨਾਲ ਝੂਠ ਹੈ, ਜੇ ਦਿਨ ਹੈ ਤੇ ਰਾਤ ਹੈ। ਇਸੇ ਤਰ੍ਹਾਂ ਜਿੱਥੇ ਮਨਮੁਖ ਹੈ ਉੱਥੇ ਗੁਰਮੁਖ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਨੂੰ ਨਿਰਣਾ ਕੀਤਾ ਹੈ ਕਿ ਸਚਿਆਰ ਕੌਣ ਹੈ, ਕੂੜਿਆਰ ਕੌਣ ਹੈ, ਔਰ ਸਚਿਆਰੇ ਕਿਤਨਾ ਬਣਿਆ ਜਾ ਸਕਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਸੁਚੱਜੀ ਕਰਕੇ ਕੁਚੱਜੀ ਕਰਕੇ ਵੀ ਵਿਚਾਰ ਆਉਂਦਾ ਹੈ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਸ੍ਰੀ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ। ਸਚਿਆਰਾ ਭਾਵ ਜਿਸ ਤਰ੍ਹਾਂ ਸੁਚੱਜੀ ਸ਼ਖਸੀਅਤ ਉਸਾਰੀ ਕੈਂਪ, ਸੁਚੱਜੀ ਦਾ ਭਾਵ ਸਚਿਆਰ, ਸਿਆਣਾ, ਸੁਘੜ। ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਕਿ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ। ਕਿਸ ਤਰ੍ਹਾਂ ਸਚਿਆਰਿਆ ਹੋਇਆ ਜਾ ਸਕਦਾ ਹੈ
ਕਿਸ ਤਰ੍ਹਾਂ ਸਾਡੇ ਅੰਦਰੋਂ ਕੂੜ ਦੀ, ਝੂਠ ਦੀ ਜੋ ਪਰਦਾ ਹੈ, ਜੋ ਕੰਧ ਹੈ, ਉਹ ਕਿਸ ਤਰ੍ਹਾਂ ਦੂਰ ਹੋ ਸਕਦੀ ਹੈ। ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਬਾਣੀ ਵਿੱਚ ਆਉਂਦਾ ਹੈ ਕਿ ਭਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਹਨ ਕਿ ਇਹ ਜੀਵ, ਇਹ ਮਨੁੱਖ, ਤੂੰ ਸੰਸਾਰ ਤੇ ਆਇਆ, ਤੈਨੂੰ ਮਨੁੱਖਾ ਜੀਵਨ ਮਿਲਿਆ ਹੈ। ਔਰ 84 ਲੱਖ ਜੂਨ ਵਿੱਚ ਕਿਸੇ ਵੀ ਜੂਨ ਦੇ ਵਿੱਚ ਪਰਮਾਤਮਾ ਨੂੰ ਮਿਲਣ ਵਾਸਤੇ ਇਹ ਸੋਝੀ ਪ੍ਰਦਾਨ ਨਹੀਂ ਹੈ। ਕੇਵਲ ਮਨੁੱਖ ਹੈ ਜਿਹਨੂੰ ਪ੍ਰਮਾਤਮਾ ਨੇ ਬੁੱਧੀ ਦਿੱਤੀ ਹੈ, ਚੇਤਨ ਸੱਤਾ ਦਿੱਤੀ ਹੈ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਇਹ ਮਨੁੱਖ ਹੈ ਜੀਵ, ਤੇਰੇ ਅੰਦਰ ਪ੍ਰਮਾਤਮਾ ਨੇ ਚੇਤਨ ਸੱਤਾ, ਤੇਰੇ ਅੰਦਰ ਬੁੱਧੀ ਦਿੱਤੀ ਹੋਈ, ਸੋਚਣ ਸ਼ਕਤੀ ਦਿੱਤੀ ਹੋਈ ਹੈ ਕਿ ਇਹ ਮਨੁੱਖ ਚੰਗਾ ਕੀ ਹੈ, ਮਾੜਾ ਕੀ ਹੈ, ਇਹਦੀ ਵਿਚਾਰ ਤੈਨੂੰ ਪ੍ਰਮਾਤਮਾ ਨੇ ਦਿੱਤੀ ਹੋਈ ਆ। ਹੋਰ ਬਾਕੀ ਕਿਸੇ ਵੀ ਜੂਨ ਵਿੱਚ ਉਹਨਾਂ ਨੂੰ ਚੰਗੇ ਮਾੜੇ ਦਾ ਵਿਚਾਰ ਬਾਰੇ ਉਹਨਾਂ ਕੋਲ ਗਿਆਨ ਨਹੀਂ ਹੈ। ਕੇਵਲ ਮਨੁੱਖ ਹੈ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਾਰ-ਬਾਰ ਕਹਿੰਦੇ ਹੈ ਕਿ ਇਹ ਬੰਦੇ ਤੂੰ ਮਨੁੱਖ ਬਣ। ਪਹਿਲੀ ਗੱਲ ਤੇ ਜਿੰਨੇ ਵੀ ਪੰਛੀ ਹਨ, ਪਸ਼ੂ ਹਨ, ਕੀੜੇ ਮਕੌੜੇ ਹਨ, ਉਹਨਾਂ ਨੂੰ ਕੋਈ ਇਹ ਨਹੀਂ ਕਹਿੰਦਾ, ਪੰਛੀ ਨੂੰ ਇਹਨੂੰ ਕਹਿੰਦਾ ਤੂੰ ਪੰਛੀ ਬਣ ਜਾ, ਪਸ਼ੂ ਨੂੰ ਕੋਈ ਇਹ ਨਹੀਂ ਕਹਿੰਦਾ ਕਿ ਤੂੰ ਪਸ਼ੂ ਬਣ ਜਾ। ਲੇਕਿਨ ਇੱਕ ਬੰਦੇ ਨੂੰ ਬੰਦਾ ਬਣਨ ਵਾਸਤੇ, ਇਨਸਾਨ ਬਣਨ ਵਾਸਤੇ ਕਿੰਨੇ ਯਤਨ ਹੋ ਰਹੇ ਹਨ, ਕਿੰਨੇ ਕਾਲਜ ਖੁੱਲੇ ਹੋਏ ਹਨ, ਸਕੂਲ ਹਨ, ਯੂਨੀਵਰਸਿਟੀਆਂ ਹਨ, ਵੱਖ-ਵੱਖ ਅਕੈਡਮੀਆਂ ਹਨ, ਇਸੇ ਤਰ੍ਹਾਂ ਧਾਰਮਿਕ ਸੰਸਥਾਵਾਂ ਹਨ। ਕੇਵਲ ਮਨੁੱਖ ਵਾਸਤੇ ਹਨ, ਪਸ਼ੂਆਂ ਵਾਸਤੇ ਐਸੇ ਕੋਈ ਐਜੂਕੇਟ ਵਾਸਤੇ, ਇਸੇ ਤਰ੍ਹਾਂ ਕੋਈ ਯੂਨੀਵਰਸਿਟੀਆਂ, ਕਾਲਜ, ਸਕੂਲ ਪਸ਼ੂ ਪੰਛੀਆਂ ਵਾਸਤੇ ਨਹੀਂ ਖੁੱਲੇ ਹੋਏ, ਕੇਵਲ ਮਨੁੱਖ ਵਾਸਤੇ ਹਨ ਕਿ ਮਨੁੱਖ ਨੂੰ ਗਿਆਨ ਦੇਣ ਵਾਸਤੇ ਕਿ ਇਹ ਮਨੁੱਖ ਤੂੰ ਬੰਦਾ ਬਣ, ਮਨੁੱਖ ਬਣ। ਕਿਉਂਕਿ ਮਨੁੱਖ ਕੇਵਲ ਸਰੀਰ ਕਰਕੇ ਨਹੀਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਆਪਾਂ ਬਾਣੀ ਚ ਪੜ੍ਹਦੇ ਹਾਂ, ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਆ ਕਿ ਜਿਹੜਾ ਮਨੁੱਖ ਹੈ ਇਹ ਸਰੀਰ ਤਾਂ ਇਹਨੂੰ ਮਨੁੱਖ ਵਾਲਾ ਮਿਲਿਆ ਹੋਇਆ, ਲੇਕਿਨ ਇਹਦੇ ਕਰਮ ਜਿਹੜੇ ਪਸ਼ੂਆਂ ਵਾਲੇ ਹਨ। ਸਤਿਗੁਰੂ ਦਾ ਪਾਵਨ ਬਚਨ ਆਪਾਂ ਬਾਣੀ ਚ ਪੜ੍ਹਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਹੈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਇਹ ਮਨੁੱਖ ਹੈ ਜੀਵ, ਤੇਰਾ ਜੀਵਨ, ਤੇਰਾ ਸਰੀਰ ਤਾਂ ਮਨੁੱਖਾਂ ਵਾਲਾ ਹੈ, ਲੇਕਿਨ ਕਰਤੂਤਾਂ, ਤੇਰੇ ਕਰਮ ਜਿਹੜੇ ਪਸ਼ੂਆਂ ਵਾਲੇ ਹਨ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਲੇਕਿਨ ਤੇਰੇ ਅੰਦਰ ਪਸ਼ੂ ਵਾਲੀ ਬਿਰਤੀ ਹੈ, ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਇਨਸਾਨੀਅਤ ਨਹੀਂ ਹੈ, ਇਨਸਾਨ ਵਾਲੇ ਸਾਡੇ ਕੋਲ ਗੁਣ ਨਹੀਂ ਹਨ। ਕਰਤੂਤ ਪਸ਼ੂ ਕੀ ਮਾਨਸ ਜਾਤ, ਭਾਵ ਕਿ ਇਹ ਮਨੁੱਖ ਜਾਤ ਸ਼੍ਰੇਣੀ ਵਿੱਚੋਂ ਜੰਮਿਆ ਪਰ ਕੰਮ ਪਸ਼ੂਆਂ ਵਾਲੇ ਹਨ। ਕਿਉਂਕਿ ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ, ਧਰਮ ਦਾ ਵਿਖਾਵਾ ਕਰਕੇ ਤੂੰ ਆਪਣੇ ਆਪ ਨੂੰ ਬੜਾ ਚੰਗਾ ਪੇਸ਼ਕਾਰੀ ਕਰਦਾ ਹੈ ਆਪਦੀ, ਲੇਕਿਨ ਸਤਿਗੁਰੂ ਦਾ ਪਾਵਨ ਬਚਨ ਬਾਹਰ ਭੇਖ ਅੰਤਰਮਲ ਮਾਇਆ, ਲੇਕਿਨ ਬਾਹਰਲਾ ਜਿਹੜਾ ਧਾਰਮਿਕ ਪੋਸ਼ਾਕ ਪਾਈ ਹੋਈ ਹੈ, ਪਰ ਲੇਕਿਨ ਮਨ ਵਿੱਚ ਮਾਇਆ ਦੀ ਮੈਲ ਹੈ, ਵਿਸ਼ਿਆਂ ਦੀ ਮੈਲ ਹੈ। ਸ਼ਬਦ ਨਾਹੇ ਕਛ ਕਰਛ ਪਾਇਆ। ਇਸੇ ਤਰ੍ਹਾਂ ਇਹ ਜਿਹੜੀ ਅੰਦਰ ਤੇਰੀ ਮੈਲ ਹੈ ਨਾ, ਵਿਸ਼ਿਆਂ ਦੀ, ਵਿਕਾਰਾਂ ਦੀ, ਮਾਇਆ ਦੀ, ਇਹਨੂੰ ਭਾਵੇਂ ਤੂੰ ਧਾਰਮਿਕ ਚਿੰਨ੍ਹ ਪਾ ਕੇ, ਵਿਖਾਵਾ ਕਰਕੇ ਛੁਪਾਇਆ ਹੋਇਆ, ਲੇਕਿਨ ਛਿਪ ਨਹੀਂ ਸਕੇਗਾ ਇਹ। ਕਿਉਂਕਿ ਸਤਿਗੁਰੂ ਦਾ ਪਾਵਨ ਬਚਨ ਆਪਾਂ ਬਾਣੀ ਚ ਪੜ੍ਹਦੇ ਹਾਂ ਕਿ ਸਤਿਗੁਰੂ ਕਹਿੰਦੇ ਆ ਕਿ ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿਨ ਜਮ ਜਾ ਗਾਤੀ ਦੂਟਾ ਹੈ। ਜਿਹੜਾ ਧਰਮ ਦਾ ਕਰਮ ਪਖੰਡ ਦੇ ਰੂਪ ਚ ਕੀਤਾ ਜਾਵੇ, ਵਿਖਾਵੇ ਦੇ ਰੂਪ ਚ ਕੀਤਾ ਜਾਵੇ, ਲੇਕਿਨ ਉਹਦੇ ਅੰਦਰ ਧਰਮ ਦਾ ਮਤਲਬ ਖਿਆਲ ਨਾ ਹੋਵੇ, ਵਿਚਾਰ ਨਾ ਹੋਣ, ਤੇ ਸਤਿਗੁਰੂ ਕਹਿੰਦੇ ਭਾਈ ਕਰਮ ਧਰਮ ਪਾਖੰਡ ਜੋ ਦੀਸੇ ਤਿਨ ਜਮ ਜਾ ਗਾਤੀ ਲੂਟਾ ਹੈ। ਐਸੇ ਧਰਮ ਦੇ ਕਰਮ ਕਰਨ ਵਾਲੇ ਨੂੰ ਜਿਹੜੇ ਪਖੰਡ ਰੂਪ ਵਿੱਚ ਕਰਦੇ ਆ,
ਕੇਵਲ ਆਪਣੇ ਆਪ ਨੂੰ ਧਰਮੀ ਦਿਖਾਉਣ ਵਾਸਤੇ, ਵਿਖਾਵੇ ਵਾਸਤੇ ਧਰਮ ਦੇ ਕਰਮ ਕਰਦੇ ਹੈ, ਲੇਕਿਨ ਉਹਨਾਂ ਨੂੰ ਜਿਹੜੇ ਜਾਮਾ ਉਹ ਲੁੱਟ ਲੈਂਦੇ ਹਨ ਦਰਗਾਹ ਵਿੱਚ, ਉਹ ਜਮਾਂ ਦੀ ਮਾਰ ਤੋਂ ਬਚ ਨਹੀਂ ਸਕਦੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਪੁੱਛੀਏ, ਸਤਿਗੁਰੂ ਜੀ ਆਪ ਕਹਿ ਰਹੇ ਹੋ ਕਿ ਕਰਮ ਧਰਮ ਪਾਖੰਡ ਜੋ ਦਿਸੇ ਤਿਨ ਜਮ ਜਾਗਾਤੀ ਲੂਟੈ, ਕਿ ਧਰਮ ਦਾ ਕਰਮ ਚ ਰਾਈ ਭਰ ਵੀ ਪਖੰਡ ਹੈ, ਕੋਈ ਸਵਾਰਥ ਹੈ, ਤਾਂ ਜਮਾਂ ਦੀ ਮਾਰ ਤੋਂ ਬਚ ਨਹੀਂ ਸਕਦਾ, ਉਹਨੂੰ ਜਮ ਲੁੱਟ ਲੈਂਦੇ ਹਨ। ਪਰ ਸਤਿਗੁਰੂ ਜੀ ਦੱਸੋ ਕਿ ਧਰਮ ਦੇ ਕਰਮ ਕਿਸ ਤਰ੍ਹਾਂ ਕੀਤੇ ਜਾ ਸਕਦੇ ਹੈ? ਤੇ ਸਤਿਗੁਰੂ ਅਗਲੀ ਪੰਕਤੀ ਚ ਦੱਸਦੇ ਹਨ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮੁਖ ਸਿਮਰਤ ਜਿਤ ਛੂਟਾ ਹੈ। ਕਿ ਨਿਰਵਾਣ ਭਾਵ ਕਿ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰ, ਭਾਵੇਂ ਤੂੰ ਰਾਗਾਂ ਵਿੱਚ ਪਾ ਕੇ ਕਰ, ਸੰਗੀਤ ਵਿੱਚ ਪਾ ਕੇ ਕਰ, ਜਾਂ ਤੂੰ ਵੈਸੇ ਆਪਣੇ ਤੌਰ ਤੇ ਕੀਰਤਨ ਬਾਣੀ ਪੜ੍ਹ, ਜਿਸ ਤਰ੍ਹਾਂ ਬੱਚੇ ਨੇ ਪਹਿਲਾਂ ਸ਼ਬਦ ਪੜ੍ਹਿਆ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਇਸੇ ਤਰ੍ਹਾਂ ਭਾਵੇਂ ਤੂੰ ਇਕੱਲਾ ਹੀ ਪੜ੍ਹ, ਭਾਵੇਂ ਸੰਗਤ ਵਿੱਚ ਬਹਿ ਕੇ ਪੜ੍ਹ, ਜਾਂ ਤੂੰ ਪੂਰਾ ਰਾਗ ਵਿੱਚ ਪੜ੍ਹ, ਨਾਲ ਤਬਲਾ ਲੈ ਕੇ ਪੜ੍ਹ, ਪਰ ਗੱਲ ਇਹ ਆ ਕਿ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਭਾਵ ਕਿ ਬਿਨਾਂ ਕਿਸੇ ਇੱਛਾ ਤੋਂ, ਨਿਸ਼ਕਾਮਤਾ ਸਹਿਤ, ਇੱਕ ਕੇਵਲ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਪ੍ਰਮਾਤਮਾ ਦੀ ਕੀਰਤੀ ਕਰਨੀ ਹੈ, ਗੁਰਬਾਣੀ ਦੇ ਰੂਪ ਵਿੱਚ ਕਰਨੀ ਹੈ, ਕੀਰਤਨ ਦੇ ਰੂਪ ਵਿੱਚ ਕਰਨੀ, ਕਥਾ ਦੇ ਰੂਪ ਵਿੱਚ ਕਰਨੀ ਹੈ, ਨਿਤਨੇਮ ਦੇ ਰੂਪ ਵਿੱਚ ਕਰਨੀ ਹੈ, ਵਾਹਿਗੁਰੂ ਦੇ ਜਾਪ ਰੂਪ ਵਿੱਚ ਕਰਨੀ ਹੈ, ਇਹ ਸਾਰੀ ਉਹਦੀ ਕੀਰਤੀ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਆ, ਐ ਜੀਵ ਤੂੰ ਇਸ ਸੰਸਾਰ ਤੇ ਆਇਆ ਉਹ ਕਰਮ ਕਰਨ ਵਾਸਤੇ। ਉਹ ਕਿਹੜਾ ਕਰਮ ਕਰਨਾ ਹੈ? ਕਿ ਸਤਿਗੁਰੂ ਕਹਿੰਦੇ ਆ, ਐ ਜੀਵ ਤੈਨੂੰ ਮਨੁੱਖਾ ਜੀਵਨ ਮਿਲਿਆ ਦੋ ਕਰਮ ਕਰਨ ਵਾਸਤੇ। ਕਿਹੜਾ ਕਰਮ ਕਰਨਾ ਹੈ? ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਤੇ ਪ੍ਰਮਾਤਮਾ ਦੀ ਭਗਤੀ ਸਿਮਰਨ, ਇਹ ਦੋ ਕਰਮ ਕਰਨ ਵਾਸਤੇ ਮਨੁੱਖਾ ਦੇਹੀ ਮਿਲੀ ਹੈ। ਗੁਰੂ ਦੀ ਸੇਵਾ, ਮਨੁੱਖਤਾ ਦੀ ਸੇਵਾ, ਗਰੀਬ ਦੀ ਸੇਵਾ, ਇਹ ਸਾਰੀਆਂ ਪ੍ਰਮਾਤਮਾ ਦੀ ਸੇਵਾ ਹੈ, ਗੁਰੂ ਦੀ ਸੇਵਾ ਹੈ। ਗੁਰੂ ਘਰ ਸੇਵਾ ਕਰ ਲਓ, ਕਿਸੇ ਲੋੜਵੰਦ ਦੀ ਸੇਵਾ ਕਰ ਲਵੋ, ਇਹ ਗੁਰੂ ਦੀ ਸੇਵਾ ਹੈ। ਗੁਰ ਸੇਵਾ ਤੇ ਭਗਤ ਕਮਾਈ ਭਾਵ ਕਿ ਪ੍ਰਮਾਤਮਾ ਦੀ ਬੰਦਗੀ ਸਿਮਰਨ ਕਰਨਾ, ਇਹ ਦੋ ਕਰਮ ਹਨ, ਸੇਵਾ ਅਤੇ ਸਿਮਰਨ। ਤਾਵੇ ਮਾਨਸ ਦੇਹੀ ਪਾਈ, ਮਨੁੱਖਾ ਦੇ ਮਿਲੀ ਦੋ ਕਰਮ ਕਰਨ ਵਾਸਤੇ ਹੈ। ਕੇਵਲ ਖਾਣਾ ਪੀਣਾ, ਹੱਸਣਾ ਤੇ ਸੌਣਾ, ਇਹ ਕਰਮ ਕਰਨ ਵਾਸਤੇ ਨਹੀਂ। ਲੇਕਿਨ ਸੰਸਾਰ ਦੇ ਜਿੰਨੇ ਵੀ ਮਨੁੱਖ ਸੰਸਾਰ ਤੇ ਆਏ ਹੈ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ, ਉਹ ਇਹ ਦੋ ਕਰਮ ਕਰਦੇ ਹਨ। ਗੁਰੂ ਦੀ ਸੇਵਾ ਵੀ ਕਰਦੇ ਆ, ਮਨੁੱਖਤਾ ਦੀ ਸੇਵਾ ਕਰਦੇ ਆ, ਔਰ ਪ੍ਰਮਾਤਮਾ ਦੀ ਬੰਦਗੀ ਕਰਦੇ, ਸਿਮਰਨ ਕਰਦੇ, ਬਾਣੀ ਪੜ੍ਹਦੇ ਹਨ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦੇਹੀ ਕੋ ਸਿਮਰੈ ਦੇਵ, ਇਸ ਮਨੁੱਖਾ ਦੇਹੀ ਨੂੰ ਦੇਵਤੇ ਵੀ ਲੋਚਦੇ ਹਨ ਕਿ ਸਾਨੂੰ ਇਹ ਮਨੁੱਖਾ ਦੇਹੀ ਮਿਲ ਜਾਵੇ ਤੇ ਇਸ ਦੇਹੀ ਰਾਹੀਂ ਅਸੀਂ ਪ੍ਰਮਾਤਮਾ ਦੀ ਬੰਦਗੀ ਕਰਕੇ ਉਸ ਪ੍ਰਮਾਤਮਾ ਚ ਅਭੇਦ ਹੋ ਸਕੀਏ। ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਦੇਵਤੇ ਤਾਂ ਲੋਚਦੇ ਆ ਕਿ ਸਾਨੂੰ ਮਿਲ ਜਾਵੇ ਮਨੁੱਖਾ ਦੇਹੀ ਤੇ ਜਿਹਦੇ ਰਾਹੀਂ ਅਸੀਂ ਪ੍ਰਮਾਤਮਾ ਨੂੰ ਮਿਲ ਸਕੀਏ। ਲੇਕਿਨ ਇਹ ਜੀਵ ਤੈਨੂੰ ਤੇ ਮਿਲੀ ਹੋਈ ਆ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰਿ ਕੀ ਸੇਵ। ਜਿਹੜੀ ਦੇਹੀ ਨੂੰ, ਜਿਹੜੀ ਮਨੁੱਖਾ ਦੇਹੀ ਨੂੰ ਦੇਵਤੇ ਲੋਚਦੇ ਹਨ, ਇਹ ਜੀਵ, ਇਹ ਮਨੁੱਖ ਤੈਨੂੰ ਤੇ ਮਿਲੀ ਹੋਈ ਆ। ਉਹਨਾਂ ਨੂੰ ਪਤਾ ਨਹੀਂ ਮਿਲੇ ਕਿ ਨਾ ਮਿਲੇ, ਪਰ ਤੈਨੂੰ ਤਾਂ ਪ੍ਰਾਪਤ ਹੋਈ ਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਕੇਵਲ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਨੁੱਖਾ ਦੇਹੀ ਮਿਲੀ ਆ। ਸੰਗਤ ਵਿੱਚ ਆ ਕੇ ਪ੍ਰਮਾਤਮਾ ਦੀ ਬੰਦਗੀ ਕਰ, ਸਿਮਰਨ ਕਰ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਭਾਈ ਤੇਰੇ ਅੰਦਰ ਜਿਹੜੀ ਬਿਰਤੀ ਆ ਉਹ ਪਸ਼ੂਆਂ ਵਾਲੀ ਹੈ, ਮਨੁੱਖਾਂ ਵਾਲੀ ਨਹੀਂ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਨਿਰਣਾ ਕਰਦੇ ਹਨ, ਜੋ ਗੋਂਡ ਰਾਗ ਵਿੱਚ ਭਗਤ ਕਬੀਰ ਜੀ ਦੀ ਪਾਵਨ ਬਾਣੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 870 ਅੰਗ ਤੇ ਹੈ। ਕਬੀਰ ਦੀ ਰਸਮਾਂ ਦੇ ਰਾਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ, ਨਰੂ ਮਰੈ ਨਰ ਕਾਮ ਨਾ ਆਵੈ। ਇਹ ਜੀਵ, ਇਹ ਮਨੁੱਖ, ਜਦੋਂ ਬੰਦਾ ਮਰ ਜਾਂਦਾ ਨਾ, ਸਵਾਸ ਨਿਕਲ ਜਾਂਦੇ, ਡੈਡ ਬੋਡੀ ਹੋ ਜਾਂਦਾ, ਤਾਂ ਮਨੁੱਖ ਦੇ ਕੰਮ ਨਹੀਂ ਆਉਂਦਾ। ਮਨੁੱਖ ਦੇ ਕੰਮ ਤੇ ਕੀ ਆਉਣਾ, ਸਗੋਂ ਉਹ ਤੇ ਖਰਚਾ ਚੜ੍ਹਦਾ ਹੈ ਸੰਸਕਾਰ ਕਰਨ ਵਾਸਤੇ।
ਨਰੂ ਮਰੈ ਨਰ ਕਾਮ ਨਾ ਆਵੇ। ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਹੈ ਕਿ ਬੰਦਾ ਮਰ ਜਾਵੇ ਤੇ ਬੰਦੇ ਦੇ ਕੰਮ ਨਹੀਂ ਆਉਂਦਾ। ਨਰੂ ਭਾਵ ਕਿ ਮਨੁੱਖ ਜੀਵ ਤੇ ਮਰ ਜਾਵੇ, ਨਰ ਕਾਮ ਨਾ ਆਵੇ, ਉਹ ਕਿਸੇ ਨਰ ਮਨੁੱਖ ਦੇ ਕੰਮ ਨਹੀਂ ਆਉਂਦਾ। ਪਸ਼ੂ ਮਰੈ 10 ਕਾਜ ਸਵਾਰੈ। ਜੇ ਪਸ਼ੂ ਮਰ ਜਾਵੇ ਤਾਂ ਮਰਿਆ ਹੋਇਆ ਵੀ ਕਈ ਕਾਰਜ ਮਨੁੱਖ ਦੇ ਸਵਾਰ ਜਾਂਦਾ ਹੈ। ਕਿਸ ਤਰ੍ਹਾਂ ਸਵਾਰ ਜਾਂਦਾ ਕਿ ਪਸ਼ੂ ਦੇ ਹੱਡ ਵੀ ਕੰਮ ਆਉਂਦੇ ਹਨ, ਪਸ਼ੂ ਦਾ ਚੰਮ ਵੀ ਕੰਮ ਆਉਂਦਾ ਹੈ, ਪਸ਼ੂ ਦਾ ਜਿਹੜਾ ਚਰਬੀ ਉਹ ਵੀ ਕੰਮ ਆਉਂਦੀ ਹੈ। ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿ ਰਹੇ ਕਿ ਐ ਮਨੁੱਖ ਹੈ ਜੀਵ, ਤੈਨੂੰ ਮਨੁੱਖਾ ਜੀਵਨ ਮਿਲਿਆ 2 ਕਰਮ ਕਰਨ ਵਾਸਤੇ। ਜਦੋਂ ਕਰਮ ਨਾ ਕੀਤੇ, ਸੇਵਾ ਤੇ ਸਿਮਰਨ ਨਾ ਕੀਤਾ, ਤਾਂ ਫਿਰ ਨਰੂ ਮਰੇ ਨਰ ਕਾਮ ਨਾ ਆਵੇ ਵਾਲੀ ਹਾਲਤ ਹੈ। ਤੇਰੇ ਨਾਲ ਤਾਂ ਪਸ਼ੂ ਵੀ ਚੰਗਾ ਹੈ। ਪਰ ਇੱਥੇ ਤਰਕਵਾਦੀ ਇਹ ਗੱਲ ਦਾ ਸਵਾਲ ਕਰੇਗਾ ਕਿ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਉਪਦੇਸ਼ ਦਿੰਦੀ ਹੈ ਕਿ ਬੰਦਾ ਮਰ ਜਾਵੇ ਤੇ ਬੰਦੇ ਦੇ ਕੰਮ ਨਹੀਂ ਆਉਂਦਾ, ਤੇ ਪਸ਼ੂ 10 ਕਾਜ ਸਵਾਰ ਜਾਂਦਾ ਬੰਦੇ ਦੇ, ਮਰਿਆ ਹੋਇਆ ਵੀ, ਤੇ ਮਨੁੱਖ ਜਿਹੜਾ ਬੰਦੇ ਦੇ ਕੰਮ ਨਹੀਂ ਆਉਂਦਾ। ਤੇ ਅੱਜ ਤਾਂ ਤਕਨੀਕ ਬੜੀ ਵਧੀ ਹੋਈ ਹੈ, ਅੱਜ ਤਾਂ ਬੰਦੇ ਦੀਆਂ ਅੱਖਾਂ ਕੰਮ ਆਉਂਦੀਆਂ, ਕਿਡਨੀਆਂ ਕੰਮ ਆ ਜਾਂਦੀਆਂ ਮਰਨ ਤੋਂ ਬਾਅਦ। ਜਿਹੜਾ ਦਾਨ ਕਰ ਜਾਂਦਾ ਲਿਖ ਕੇ ਪਹਿਲਾਂ ਜਿੰਦਾ ਹੋਇਆ, ਤਾਂ ਉਹਦੀਆਂ ਅੱਖਾਂ ਵੀ ਕੰਮ ਆ ਜਾਂਦੀਆਂ ਮਰਨ ਤੋਂ ਉਪਰੰਤ, ਉਹਦੀਆਂ ਕਿਡਨੀਆਂ ਕੰਮ ਆ ਜਾਂਦੀਆਂ ਹਨ, ਉਹਦੇ ਸਰੀਰ ਦੇ ਕਿੰਨੇ ਅੰਗ ਜਿਹੜੇ ਉਹ ਕੰਮ ਆ ਜਾਂਦੇ ਆ। ਇੱਥੇ ਗੁਰਬਾਣੀ ਜਿਹੜੀ ਆ, ਗੁਰਬਾਣੀ ਦੀ ਕਸਵੱਟੀ ਤੇ ਪੂਰਾ ਅਰਥ ਨਹੀਂ ਉਤਰਦਾ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਇੱਕ ਲਫ਼ਜ਼, ਇੱਕ ਇੱਕ ਮਾਤਰਾ, ਇੱਕ ਇੱਕ ਅੱਖਰ ਸੱਚ ਹੈ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਜੇਵੜ ਅਵਰ ਨਾ ਕੋਈ। ਇਹ ਗੁਰੂ ਦੀ ਬਾਣੀ ਪ੍ਰਮਾਤਮਾ ਦੇ ਅੰਮ੍ਰਿਤਮਈ ਬੋਲ ਹਨ। ਨਿਰੰਕਾਰ ਦਾ ਪਾਵਨ ਸਰਗੁਣ ਸਰੂਪ ਹੈ। ਇੱਕ ਇੱਕ ਲਫ਼ਜ਼ ਜਿਹੜਾ ਉਹ ਸਦੀਵ ਕਾਲੀ, ਪਿੱਛੇ ਵੀ ਸੱਚ ਹੈ, ਹੁਣ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿੱਚ ਸੱਚ ਹੈ। ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ। ਭਾਵ ਕਿ ਇਹ ਸਦਾ ਵਾਸਤੇ ਸੱਚ ਹੈ। ਗੁਰੂ ਦੀ ਬਾਣੀ ਨੂੰ ਕੋਈ ਵੀ ਝਠਲਾ ਨਹੀਂ ਸਕਦਾ, ਭਾਵੇਂ ਕਿੱਡਾ ਵੱਡਾ ਸਾਇੰਸਦਾਨ ਕਿਉਂ ਨਾ ਹੋਵੇ। ਪਰ ਅੱਜ ਇੱਕ ਇਸ ਪੰਕਤੀ ਤੇ ਕੋਈ ਕਿੰਤੂ ਪ੍ਰੰਤੂ ਕਰੇ, ਕੋਈ ਤਰਕ ਕਰੇ ਕਿ ਨਰੂ ਮਰੇ ਨਰ ਕਾਮ ਨਾ ਆਵੇ, ਤੇ ਗੁਰੂ ਦੀ ਬਾਣੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਕਿਉਂ ਨਹੀਂ ਉਤਰਦੀ? ਕਹਿੰਦੇ ਜੀ ਅੱਜ ਤਾਂ ਮਨੁੱਖ ਦੀ ਕਿਡਨੀਆਂ ਕੰਮ ਆਉਂਦੀਆਂ, ਉਹਦੀ ਅੱਖਾਂ ਕੰਮ ਆਉਂਦੀਆਂ। ਗੁਰਮੁਖੋ, ਗੁਰੂ ਦੀ ਬਾਣੀ ਦਾ 2 ਸਿਧਾਂਤ ਹਨ, ਇੱਕ ਬਾਹਰੀ ਅਰਥ ਹੈ, ਇੱਕ ਅੰਤਰੀ ਭਾਵ ਅਰਥ ਹੈ। ਜਿਹੜਾ ਅਧਿਆਤਮਿਕ ਅਰਥ ਹੈ ਉਹਦਾ ਅਰਥ ਇਹ ਬਣਦਾ, ਜਿਹੜਾ ਤੁਸੀਂ ਇਹ ਕੈਂਪ 'ਚ ਬੈਠੇ ਹੋ ਨਾ, ਸੱਜੀ ਸ਼ਖਸੀਅਤ, ਸੱਜੀ ਭਾਵ ਕਿ ਅਸਲ ਵਿੱਚ ਜਿਹਦੇ ਅੰਦਰ ਇਨਸਾਨੀਅਤ ਹੈ, ਇਨਸਾਨੀਅਤ ਵਾਲਾ ਬੰਦਾ ਹੀ ਸੱਜਾ ਹੋ ਸਕਦਾ, ਸਚਿਆਰ ਹੋ ਸਕਦਾ ਹੈ। ਸਚਿਆਰ ਕਹਿ ਲੋ, ਗੁਰਮੁਖ ਕਹਿ ਲੋ, ਸੱਜਾ ਕਹਿ ਲੋ, ਇਹ ਇਨਸਾਨੀਅਤ ਦਾ ਹੀ ਨਾਮ ਹੈ। ਇਨਸਾਨੀਅਤ ਕਹਿ ਲੋ। ਇੱਥੇ ਸਾਧੂ ਕਹਿੰਦੇ ਨਰੂ ਮਰੈ, ਜਿਸ ਬੰਦੇ ਦੇ ਅੰਦਰੋਂ ਇਨਸਾਨੀਅਤ ਮਰ ਜਾਵੇ, ਨਰੂ ਮਰੇ ਨਰ ਕਾਮ ਨਾ, ਉਹ ਫਿਰ ਮਨੁੱਖ ਦੇ ਕੰਮ ਨਹੀਂ ਆਉਂਦਾ। ਕਿਉਂਕਿ ਜਿਸ ਮਨੁੱਖ ਦੇ ਅੰਦਰੋਂ ਇਨਸਾਨੀਅਤ ਮਰ ਜਾਵੇ ਤਾਂ ਭਰਾ ਦਾ ਕਤਲ ਕਰ ਦਿੰਦਾ ਹੈ, ਪਿਓ ਪੁੱਤਰ ਦਾ ਕਤਲ ਕਰ ਦਿੰਦਾ, ਪੁੱਤਰ ਪਿਓ ਦਾ ਕਤਲ ਕਰ ਦਿੰਦਾ। ਕਿਉਂ ਕਰਦਾ ਹੈ? ਕਿ ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਉਹਦੇ ਅੰਦਰ ਪਸ਼ੂ ਬਿਰਤੀ ਆ ਜਾਂਦੀ ਹੈ। ਇਸ ਕਰਕੇ ਸਤਿਗੁਰੂ ਦੀ ਬਾਣੀ ਦਾ ਅੰਤਰੀ ਭਾਵ ਅਰਥ ਇਹ ਬਣਦਾ ਕਿ ਨਰੂ ਮਰੈ, ਜਿਸ ਮਨੁੱਖ ਦੇ ਅੰਦਰੋਂ ਇਨਸਾਨੀਅਤ ਮਰ ਜਾਵੇ। ਨਰ ਕਾਮ ਨਾ, ਮਨੁੱਖ ਦੇ ਕੰਮ ਕੀ ਆਉਣਾ? ਮਨੁੱਖ ਦਾ ਕਤਲੇਆਮ ਕਰੇਗਾ। 84 'ਚ ਕਤਲੇਆਮ ਹੋਇਆ, ਉਹ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਮਰੀ ਸੀ ਉਹਨਾਂ ਨੇ ਕੀਤਾ। ਹੁਣ ਵੀ ਜਿਹੜੇ ਕਤਲੋਗਾਰਦ ਹੋ ਰਹੇ ਹਨ ਉਹ ਕਰਦੇ ਜਿਨ੍ਹਾਂ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਹੈ ਕਿ ਨਰੂ ਮਰੈ, ਭਾਈ ਜਿਨ੍ਹਾਂ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਉਹ ਮਨੁੱਖ ਦੇ ਕੰਮ ਤੱਕ ਹੀ ਉਹਨਾਂ ਮਨੁੱਖਾਂ ਦਾ ਘਾਣ ਕਰ ਦਿੰਦੇ ਹਨ।
ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੇ। ਹੁਣ ਇੱਥੇ ਪਸ਼ੂ ਦਾ ਭਾਵ ਕਿ ਜਿਹਦੇ ਅੰਦਰੋਂ ਪਸ਼ੂ ਬਿਰਤੀ ਮਰ ਜਾਵੇ, ਜਿਸ ਮਨੁੱਖ ਦੇ ਅੰਦਰੋਂ ਪਸ਼ੂ ਬਿਰਤੀ ਮਰ ਜਾਵੇ ਤਾਂ 10 ਕਾਜ ਸਵਾਰੇ, ਉਹ 10 ਕੀ ਕਰੋੜਾਂ ਦਾ ਕਾਰਜ ਕਰਦੇ ਹਨ। ਹੁਣ ਤੁਸੀਂ ਵੇਖਿਆ ਹੀ ਹੈ, ਜਿਸ ਤਰ੍ਹਾਂ ਇਹ ਜੋ ਐਜੂਕੇਟ ਪੰਜਾਬ ਪ੍ਰੋਜੈਕਟ ਚੱਲ ਰਿਹਾ ਹੈ, ਇਹ ਉਹ ਮਨੁੱਖ ਚਲਾ ਰਿਹਾ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਹੈ, ਜਿਨ੍ਹਾਂ ਦੇ ਅੰਦਰ ਮਨੁੱਖ ਦੀ ਦਰਦ ਹੈ, ਜਿਹਨੂੰ ਪਤਾ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਕਿਉਂਕਿ ਲੋੜਵੰਦ ਦੀ ਲੋੜ ਪੂਰੀ ਕਰਨੀ, ਗੁਰੂ ਦੀ ਖੁਸ਼ੀ ਲੈਣੀ ਹੈ। ਇਹ ਇਨਸਾਨ ਦਾ ਕੰਮ ਹੈ, ਇਨਸਾਨੀਅਤ ਦਾ ਕੰਮ ਹੈ, ਇਹ ਸੱਜੀ ਸ਼ਖਸੀਅਤ ਦਾ ਕੰਮ ਹੈ ਕਿ ਜੇ ਮਨੁੱਖ ਹੀ ਮਨੁੱਖ ਦੇ ਕੰਮ ਨਾ ਆਵੇ ਤੇ ਪਸ਼ੂ ਨਾਲੋਂ ਵੀ ਭੈੜਾ ਹੈ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ, ਪਸ਼ੂ ਮਿਲੇ ਚੰਗਿਆਈਆਂ ਖੜਖਾਵੈ ਅੰਮ੍ਰਿਤ ਦੇ। ਪਸ਼ੂ ਕੋਲ ਕਿੰਨੇ ਗੁਣ ਮਿਲਦੇ ਹਨ, ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਹੈ, ਪਸ਼ੂ ਮਿਲੇ ਚੰਗਿਆਈਆਂ, ਭਾਵ ਕਿ ਪਸ਼ੂ ਕੋਲ ਸਾਨੂੰ ਕਿੰਨੇ ਗੁਣ ਮਿਲਦੇ ਆ, ਪਸ਼ੂ ਮਨੁੱਖ ਦੇ ਕਿੰਨੇ ਕੰਮ ਆਉਂਦਾ, ਔਰ ਪਸ਼ੂ ਖੇਤੀ ਦੇ ਕੰਮ ਵੀ ਆਉਂਦਾ, ਪਸ਼ੂ ਦੁੱਧ ਦੇਣ ਦੇ ਵੀ ਕੰਮ ਆਉਂਦਾ ਹੈ। ਜਿਹੜਾ ਸਾਰੇ ਸੰਸਾਰ ਭਰ ਦੇ ਵਿੱਚ ਦੁੱਧ ਦੇ ਕਿੰਨੇ ਪਦਾਰਥ ਬਣਦੇ ਹਨ, ਇਹ ਪਸ਼ੂ ਤੋਂ ਹੀ ਪ੍ਰਾਪਤ ਹੁੰਦੇ ਹੈ। ਲੇਕਿਨ ਪਸ਼ੂ ਖਾਂਦਾ ਕੀ ਹੈ? ਸੁੱਕੇ ਪੱਠੇ ਖਾਂਦਾ ਕੇਵਲ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ, ਖੜ ਭਾਵ ਕਿ ਸੁੱਕੇ ਹੋਏ ਪੱਠੇ ਖਾਂਦੇ ਹਨ। ਖੜ ਖਾਵੇ ਅੰਮ੍ਰਿਤ ਦੇ, ਭਾਵ ਕਿ ਅੰਮ੍ਰਿਤ ਵਰਗਾ ਦੁੱਧ ਦਿੰਦੇ ਹਨ। ਇਹ ਪਸ਼ੂ ਵਿੱਚ ਚੰਗੇ ਗੁਣ ਹਨ। ਜੀਂਦੇ ਹੋਏ ਦੁੱਧ ਦਿੰਦੇ ਆ, ਮਨੁੱਖ ਦੇ ਕੰਮ ਆਉਂਦੇ, ਮਰਨ ਤੋਂ ਬਾਅਦ ਵੀ ਉਹ ਕੰਮ ਆਉਂਦੇ ਹਨ। ਤੇ ਇਸੇ ਤਰ੍ਹਾਂ ਸਤਿਗੁਰਾਂ ਦਾ ਪਾਵਨ ਬਚਨ ਕਿ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਹੀਣੇ ਹਨ, ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਟੁੱਟੇ ਹੋਏ ਹਨ, ਗੁਰੂ ਬਾਣੀ ਤੋਂ ਟੁੱਟੇ ਹੋਏ ਹਨ, ਸਾਧੂ ਕਹਿੰਦੇ ਉਹਨਾਂ ਦਾ ਜੀਵਨ ਜਿਹੜਾ ਤਰਕਾਰ ਯੋਗ ਹੈ, ਤਰਕਾਰ ਯੋਗ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਸਿਮਰਨ ਦੀ ਬਾਣੀ ਨਹੀਂ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਹੈ, ਅਸਲ ਵਿੱਚ ਸੱਚੇ ਕੌਣ ਹਨ, ਸੱਜੀ ਸ਼ਖਸੀਅਤ ਕੌਣ ਹੈ, ਇਨਸਾਨ ਕੌਣ ਹੈ, ਜਿਹਦੇ ਅੰਦਰ ਇਨਸਾਨੀਅਤ ਹੈ, ਉਹਦਾ ਨਿਸ਼ਾਨੀ ਕੀ ਹੈ। ਤੇ ਸਤਿਗੁਰਾਂ ਦਾ ਪਾਵਨ ਬਚਨ ਆਪਾਂ ਬਾਣੀ ਚ ਪੜ੍ਹਦੇ ਹਾਂ, ਨਾਨਕ ਵਾਹਿਗੁਰੂ ਸੋ ਜੀਵਿਆ ਜਿਨ ਮਨ ਵਸਿਆ ਸੋਏ। ਅਸਲ ਵਿੱਚ ਉਹਦਾ ਮਨੁੱਖਾ ਜੀਵਨ ਹੈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਸਿਮਰਨ ਹੈ, ਗੁਰੂ ਦੀ ਬਾਣੀ ਹੈ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਔਰ ਨਾ ਜੀਵੇ ਕੋਈ। ਜਿਹਦੇ ਅੰਦਰ ਪ੍ਰਮਾਤਮਾ ਦੀ ਯਾਦ ਹੈ, ਸਿਮਰਨ ਹੈ, ਸੇਵਾ ਤੇ ਸਿਮਰਨ ਹੈ ਭਾਈ, ਉਹ ਅਸਲ ਵਿੱਚ ਜੀਉਂਦੇ ਹਨ, ਉਹ ਜੀਵਨ ਹੈ। ਸੋ ਜੀਵੇ ਜਿਨ ਮਨ ਵਸਿਆ ਸੋਏ, ਨਾਨਕ ਔਰ ਨਾ ਜੀਵੇ ਕੋਈ। ਪ੍ਰਮਾਤਮਾ ਦੀ ਬੰਦਗੀ ਤੋਂ ਬਗੈਰ, ਸਿਮਰਨ ਤੋਂ ਬਗੈਰ ਕੋਈ ਜੀਵਨ ਨਹੀਂ ਹੈ। ਉਹ ਤੇ ਪਸ਼ੂ ਨਾਲ ਵੀ ਭੈੜਾ ਹੈ। ਲੇਕਿਨ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ, ਰਹਿਮਤ ਕੀਤੀ, ਸਾਨੂੰ ਉਪਦੇਸ਼ ਦਿੰਦੇ ਹਨ ਬਾਰ-ਬਾਰ, ਹਰ ਜਗ੍ਹਾ ਤੇ ਸਾਨੂੰ ਸੁਚੇਤ ਕਰਦੇ ਹਨ। ਇਹ ਮਨੁੱਖ ਹੈ ਜੀਵ, ਤੂੰ ਸਚਿਆਰਾ ਬਣਨਾ ਹੈ, ਤੂੰ ਸੱਚਾ ਬਣਨਾ ਹੈ, ਤੂੰ ਗੁਰਮੁਖ ਬਣਨਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਦੱਸੋ ਕਿ ਕਿਸ ਤਰ੍ਹਾਂ ਸੱਚਾ ਬਣਿਆ ਜਾ ਸਕਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਹੈ, ਸੁੰਦਰ ਸੁਗੜ ਸੂਰ ਸੋ ਬੇਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹੀ ਸੁੰਦਰ ਹੈ, ਉਹੀ ਸੁਗੜ ਹੈ, ਭਾਵ ਕਿ ਸੱਚਾ ਹੈ, ਉਹੀ ਸੂਰ ਸੂਰਮਾ ਹੈ। ਸੋ ਬੇਤਾ, ਬੇਤਾ ਭਾਵ ਗਿਆਨਵਾਨ। ਹੁਣ ਇੱਥੇ ਸਤਿਗੁਰਾਂ ਨੇ 4 ਖਿਤਾਬ ਦੇ ਦਿੱਤੇ ਹੈ ਮਨੁੱਖ ਨੂੰ। ਕਿਹੜੇ ਮਨੁੱਖ ਨੂੰ 4 ਖਿਤਾਬ ਕਿਹੜੇ ਕਿਹੜੇ ਦਿੱਤੇ ਹਨ? ਸੁੰਦਰ, ਸੁਗੜ, ਸੂਰ, ਸੋ ਬੇਤਾ। ਹੁਣ ਸੁੰਦਰ ਭਾਵ ਕਿ ਸੁੰਦਰਤਾ, ਸੁਗੜ ਭਾਵ ਸੱਜਾ, ਸਚਿਆਰ, ਗੁਰਮੁਖ, ਸੂਰ ਸੂਰਮਾ, ਸੋ ਬੇਤਾ, ਬੇਤਾ ਭਾਵ ਗਿਆਨਵਾਨ। ਜਿਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰਦਾ, ਗੁਰੂ ਦੀ ਸ਼ਰਨ ਵਿੱਚ ਆਉਂਦਾ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਦਾ,
ਸੁੰਦਰ ਸੁਗੜ ਸੂਰ ਸੋਬੇਤਾ, ਉਹ ਭਾਈ ਸੁੰਦਰ ਹੈ, ਉਹ ਸੱਜਾ ਹੈ, ਉਹੀ ਸਿਆਣਾ ਹੈ, ਗਿਆਨਵਾਨ ਹੈ, ਉਹੀ ਸੂਰਮਾ ਹੈ ਜਿਹੜਾ ਗੁਰੂ ਦੀ ਸ਼ਰਨ ਚ ਆਉਂਦਾ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇੱਥੇ ਇਹ ਵੀ ਕਹਿੰਦੇ ਹਨ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਅਸਲ ਉਹੀ ਸੁੰਦਰ ਆ, ਸੋਹਣੇ ਆ, ਸੁਗੜ ਹੈ, ਸਿਆਣੇ ਆ, ਜਿਹੜੇ ਸੰਗਤ ਵਿੱਚ ਬੈਠਦੇ, ਜਿੱਦਾਂ ਤੁਸੀਂ ਸੰਗਤ ਵਿੱਚ ਬੈਠੇ ਹੋ। ਭਾਵੇਂ ਆਪਾਂ ਸਾਰੇ ਹੀ ਮੋਬਾਈਲ ਤੇ ਆਨਲਾਈਨ ਬੈਠੇ ਹਾਂ, ਘਰਾਂ 'ਚ ਬੈਠੇ ਹੋਏ ਹਾਂ, ਲੇਕਿਨ ਆਪਾਂ ਗੱਲ ਗੁਰੂ ਦੀ ਕਰ ਰਹੇ ਹਾਂ, ਗੁਰੂ ਦੀ ਬਾਣੀ ਨਾਲ ਜੁੜੇ ਹੋਏ ਹਾਂ। ਇਹ ਸੰਗਤ ਹੈ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਹੈ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਖਾਣੀ ਹੈ। ਭੀੜਾਂ ਤੇ ਰਸ਼ ਤਾਂ ਇੱਥੇ ਤੁਸੀਂ ਸਟੇਸ਼ਨ ਤੇ ਚਲੇ ਜਾਓ, ਰੇਲਵੇ ਸਟੇਸ਼ਨ ਤੇ ਬਹੁਤ ਆ, ਬੱਸ ਸਟੈਂਡ ਤੇ ਚਲੇ ਜਾਓ ਤਾਂ ਬਹੁਤ ਭੀੜ ਹੁੰਦੀ ਆ, ਉੱਥੇ ਬਹੁਤ ਰਸ਼ ਹੁੰਦਾ ਲੋਕਾਂ ਦਾ, ਉਹਨੂੰ ਸੰਗਤ ਨਹੀਂ ਕਿਹਾ ਜਾਂਦਾ। ਲੇਕਿਨ ਸਤ ਸੰਗਤ ਉੱਥੇ ਉਸੇ ਨੂੰ ਕਿਹਾ ਜਾਂਦਾ ਜਿੱਥੇ ਕੇਵਲ ਉਸ ਕਾਲਪੁਰਖ ਵਾਹਿਗੁਰੂ ਦੀ ਉਸਤਤੀ ਹੁੰਦੀ ਹੋਵੇ, ਉਹਦੀ ਸਿਰਸਲਾ ਹੁੰਦੀ ਹੋਵੇ, ਉਹਦੇ ਗੁਣ ਗਾਇਨ ਕੀਤੇ ਜਾਂਦੇ ਹੋਣ, ਹੋਰ ਕਿਸੇ ਦੀ ਚੁਗਲੀ, ਕਿਸੇ ਦੀ ਨਿੰਦਿਆ, ਕਿਸੇ ਦੀ ਖੁਸ਼ਾਮਦ ਨਹੀਂ ਹੁੰਦੀ ਹੋਵੇ, ਕੇਵਲ ਗੁਰੂ ਦੀ ਬਾਣੀ ਦਾ ਉਪਦੇਸ਼ ਗ੍ਰਹਿਣ ਕੀਤਾ ਜਾ ਰਿਹਾ ਹੋਵੇ, ਉਹਨੂੰ ਕਹਿੰਦੇ ਆ ਸਤ ਸੰਗਤ। ਸਤ ਸੰਗਤ ਕੈਸੀ ਜਾਣੀ, ਜਿੱਥੇ ਇੱਕੋ ਨਾਮ ਖਾਣੀ ਹੈ, ਜਿੱਥੇ ਕਾਲਪੁਰਖ ਵਾਹਿਗੁਰੂ ਨਾਲ ਜੁੜਿਆ ਜਾਵੇ। ਤੁਸੀਂ ਭਾਵੇਂ ਬੈਠੇ ਹੋ, ਲੇਕਿਨ ਬਹੁਤ ਸਾਰੇ ਲੋਕ ਜਿਹੜੇ ਉਹ WhatsApp ਖੋਲ ਕੇ ਕੋਈ ਕੁਛ ਦੇਖ ਰਿਹਾ ਹੋਏਗਾ, ਊਟ ਪਤਾਂਗ ਕੋਈ ਕੁਛ ਦੇਖ ਰਿਹਾ ਹੋਏਗਾ, ਲੇਕਿਨ ਗੁਰਬਾਣੀ ਨਾਲ ਤੇ ਉਹੀ ਜੁੜਦਾ ਜਿਹਨਾਂ ਤੇ ਗੁਰੂ ਕਿਰਪਾ ਕਰਦਾ, ਰਹਿਮਤ ਕਰਦਾ ਹੈ। ਸੋ ਸਤਿਗੁਰੂ ਨੇ ਕਿਰਪਾ ਕੀਤੀ ਹੈ ਤੁਹਾਨੂੰ, ਤੁਸੀਂ ਇਸ ਕੈਂਪ ਵਿੱਚ ਜੁੜੇ ਹੋ। ਇਹਦੇ ਸਾਨੂੰ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਕਿ ਜੀਵ ਤੂੰ ਅਸਲ ਵਿੱਚ ਮਨੁੱਖਤਾ ਵਾਲੇ ਜੀਵਨ ਨੂੰ ਜਾਚ ਨੂੰ ਸਿੱਖਣਾ ਹੈ। ਇਹ ਜੀਵਨ ਜਾਚ ਕੇਵਲ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਜਿਹੜਾ ਵੀ ਗੁਰੂ ਕਾ ਸਿੱਖ ਗੁਰੂ ਦੇ ਦਰ ਤੇ ਆਉਂਦਾ, ਸਤਿਗੁਰੂ ਕਿਰਪਾ ਕਰਕੇ, ਰਹਿਮਤ ਕਰਕੇ ਉਹਨੂੰ ਆਪਣੇ ਸਿੱਖੀ ਦੀ ਦਾਤ ਝੋਲੀ ਚ ਪਾਉਂਦਾ ਹੈ। ਹੁਣ ਇਹਦੇ ਵਿੱਚ ਸਾਨੂੰ ਬੜੇ ਮਾਣ ਵਾਲੀ ਗੱਲ ਹੁੰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਾਣੀ ਆਪਾਂ ਸੁਣਦੇ ਹਾਂ ਨਾ ਗੁਰੂ ਸਾਹਿਬ ਜੀ ਦੀ, ਤੇ ਗੁਰੂ ਸਾਹਿਬ ਕਹਿੰਦੇ ਆ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਕਿ ਸਭ ਤੋਂ ਵੱਡੇ ਭਾਗ ਗੁਰੂ ਕੇ ਸਿੱਖਾਂ ਦੇ ਹਨ। ਆਪਾਂ ਜਿੰਨੇ ਵੀ ਗੁਰੂ ਕੇ ਸਿੱਖ ਹਾਂ, ਆਪਾਂ ਸਿੱਖਾਂ ਦੇ ਘਰ ਪ੍ਰਮਾਤਮਾ ਨੇ ਜਨਮ ਦਿੱਤਾ ਹੈ, ਇਹ ਬੜੇ ਵੱਡੇ ਭਾਗ ਹਨ। ਕਿਉਂਕਿ ਸਿੱਖ ਧਰਮ ਕੋਈ ਇੱਕ ਛੋਟੀ ਜਿਹੀ ਵਲਗਣ ਨਹੀਂ ਹੈ, ਇਹ ਵੈਸੇ ਮਨੁੱਖਤਾ ਦਾ ਧਰਮ ਹੈ। ਸਿੱਖ ਧਰਮ ਭਾਵ ਕਿ ਸਿੱਖਿਆਰਥੀਆਂ ਦਾ ਧਰਮ ਹੈ, ਵਿਦਿਆਰਥੀਆਂ ਦਾ ਧਰਮ ਹੈ, ਜਿਹੜੇ ਕੇਵਲ ਗੁਰੂ ਦੀ ਸਿੱਖਿਆ ਗ੍ਰਹਿਣ ਕਰਦੇ ਹਨ। ਤੇ ਸਤਿਗੁਰਾਂ ਦਾ ਪਾਵਨ ਬਚਨ ਕਿ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਸਭ ਤੋਂ ਵੱਡੇ ਭਾਗ ਗੁਰੂ ਕੇ ਸਿੱਖਾਂ ਦੇ ਹਨ। ਤੇ ਆਪਾਂ ਫੁੱਲ ਜਾਵਾਂਗੇ ਉਸੇ ਵੇਲੇ ਪਹਿਲੀ ਇੰਨੀ ਪੰਕਤੀ ਸੁਣ ਕੇ, ਪਰ ਇਸੇ ਪੰਕਤੀ ਵਿੱਚ ਨਾਲ ਪਹਿਲੇ ਸਵਾਲ ਆਇਆ ਤੇ ਮੁੜ ਕੇ ਉਹਦਾ ਉੱਤਰ ਵੀ ਹੈ, ਨਾਲ ਉਹਦਾ ਸਵਾਲ ਜਵਾਬ ਵੀ ਹੈ, ਨਾਲ ਇਹ ਪੁੱਛਿਆ ਵੀ ਹੈ ਵੀ ਕਿਹਨਾਂ ਦੇ ਭਾਗ ਵੱਡੇ ਹਨ। ਮਹਾਰਾਜ ਜਿਨ੍ਹਾਂ ਨੇ ਸਿੱਖਾਂ ਦੇ ਘਰ ਜਨਮ ਲੈ ਲਿਆ, ਜਾਂ ਮੇਰੇ ਵਰਗੇ ਨੇ ਗਲ 'ਚ ਪਰਨਾ ਪਾ ਲਿਆ, ਅੰਮ੍ਰਿਤ ਛਕ ਲਿਆ, ਕਿਰਪਾਨ ਪਾ ਲਈ, 5 ਕਾਰ ਪਹਿਨ ਲਏ, ਤੇ ਕੀ ਇਹ ਵੱਡੇ ਭਾਗ ਵਾਲੀ ਗੱਲ ਬਣ ਗਈ? ਕਿਹਦੇ ਸਤਿਗੁਰੂ ਕਹਿੰਦੇ ਨਹੀਂ ਭਾਈ, ਵੱਡੇ ਭਾਗ ਤਾਂ ਉਹਨਾਂ ਦੇ ਹੋਣੇ ਜਿਹੜੇ ਨੇ ਗੁਰੂ ਦੀ ਸ਼ਰਨ ਨੂੰ ਗ੍ਰਹਿਣ ਕੀਤਾ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਸਰਣੀ, ਜੋ ਗੁਰ ਚਰਨੀ ਸਿੱਖ ਪੜਤਿਆ। ਜਿਹੜਾ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਚਰਨਾਂ ਨਾਲ ਕਿਸ ਤਰ੍ਹਾਂ ਜੁੜਿਆ ਜਾਂਦਾ ਹੈ? ਜਿਸ ਤਰ੍ਹਾਂ ਤੁਸੀਂ ਜੁੜੇ ਹੋ, ਪੀੜੇ ਦੇ ਹੱਥ ਜਾ ਕੇ ਪੀੜੇ ਨੂੰ ਫੜ ਕੇ ਚਰਨਾਂ ਨਾਲ ਨਹੀਂ ਜੁੜਿਆ ਜਾਣਾ। ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪੀੜਾ ਹੈ, ਤੇ ਕਈ ਗੁਰਮੁਖ ਪਿਆਰੇ ਜੋ ਸਤਿਗੁਰਾਂ ਤੋਂ ਨਮਸਕਾਰ ਕਰਨ ਜਾਂਦੇ ਗੁਰਦੁਆਰਾ ਸਾਹਿਬ, ਤੇ ਮੈਂ ਕਈ ਬੀਬੀਆਂ ਨੂੰ ਦੇਖਿਆ ਕਿ ਉਹ ਪੀੜੇ ਸਾਹਿਬ ਨੂੰ ਘੁੱਟਣ ਲੱਗ ਜਾਂਦੀਆਂ, ਜਿਸ ਤਰ੍ਹਾਂ ਗੁਰੂ ਸਾਹਿਬ ਦੇ ਚਰਨ ਨੂੰ ਘੁੱਟਣ ਲਈਆਂ ਹੁੰਦੀਆਂ। ਮੇਰੇ ਨਾਲ ਵਾਪਰੀ ਗੱਲ ਮੈਂ ਆਪ ਨੂੰ ਦੱਸਣ ਲੱਗਾ। ਦਾਸ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਡਿਊਟੀ ਸੀ, ਜੋ ਕਿ 1991 ਤੋਂ ਲੈ ਕੇ 2009 ਤੱਕ ਦਾਸ ਦੀ ਡਿਊਟੀ ਸ੍ਰੀ ਅਕਾਲ ਤਖਤ ਸਾਹਿਬ ਰਹੀ ਹੈ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੈਂ ਤਾਬਿਆਂ ਤੇ ਬੈਠਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਤਾਂ ਉਹਦੇ ਘੇਰੇ ਘੇਰੇ ਉਹਦਾ ਜੰਗਲਾ ਵੱਡਾ ਨਹੀਂ ਲੱਗਾ, ਛੋਟਾ ਜੰਗਲਾ ਲੱਗਿਆ ਹੋਇਆ ਸੀ। ਤੇ ਜਿਹੜੀ ਸੰਗਤ ਮੱਥਾ ਟੇਕਦੀ, ਮਹਾਰਾਜ ਸਰੂਪ ਬਿਲਕੁਲ ਨੇੜੇ ਸੀ। ਮੈਂ ਤਾਬਿਆ ਬੈਠਾ ਚੌਰ ਕਰ ਰਿਹਾ, ਤੇ ਇੱਕ ਬੀਬੀ ਆਈ, ਉਹਨੇ ਨਾ ਸਤਿਗੁਰਾਂ ਦੇ ਉੱਤੇ ਹੱਥ ਰੱਖ ਦਿੱਤੇ, ਰੁਮਾਲੇ ਦੇ ਉੱਪਰ ਹੱਥ ਰੱਖ ਕੇ, ਤੇ ਮੁੜ ਕੇ ਆਪਣੇ ਮੱਥੇ ਨੂੰ ਲਾਉਣ ਲੱਗ ਪਈ ਇਸ ਤਰ੍ਹਾਂ ਕਰਕੇ।
ਮੈਂ ਉਹਨੂੰ ਸਿੱਧਾ ਜਵਾਬ ਟੋਕਿਆ ਨਹੀਂ, ਉਹਨੂੰ ਸਿੱਧਾ ਨਹੀਂ ਟੋਕਿਆ, ਮੈਂ ਬੜੇ ਸੱਜੇ ਢੰਗ ਦੇ ਨਾਲ ਉਹਨੂੰ ਪੁੱਛਿਆ, ਸਵਾਲ ਕੀਤਾ। ਮੈਂ ਕਿਹਾ ਬੀਬੀ ਗੱਲ ਸੁਣ, ਮੈਂ ਉਹਨੇ ਦੱਸੋ, ਮੈਂ ਕਿਹਾ ਬੀਬੀ ਇਹ ਦੱਸੋ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉੱਤੇ ਰਮਾਲਾ ਪਿਆ ਆ ਤੇ ਤੁਸੀਂ ਉੱਤੇ ਹੱਥ ਰੱਖੇ ਆ ਮਹਾਰਾਜ ਦੇ, ਹੱਥ ਲਾ ਕੇ ਤੇ ਮੱਥੇ ਨੂੰ ਲਾਏ, ਕਿਉਂ ਲਾਏ? ਇਹ ਗੱਲ ਸੁਣਨ ਵਾਲੀ ਤੁਸੀਂ ਨੋਟ ਕਰ ਲਿਓ ਸਾਰੇ ਜਾਣੇ ਇਸ ਗੱਲ ਨੂੰ। ਮੈਂ ਉਹਨੂੰ ਬੀਬੀ ਨੂੰ ਪੁੱਛਿਆ ਤੁਸੀਂ ਹੱਥ ਕਿਉਂ ਲਾਏ ਗੁਰੂ ਗ੍ਰੰਥ ਸਾਹਿਬ ਤੇ ਮੁੜ ਕੇ ਮੱਥੇ ਨੂੰ ਲਾਏ, ਕੀ ਕਾਰਨ? ਮੈਨੂੰ ਉਹ ਬੀਬੀ ਕਹਿੰਦੀ ਕਿ ਬਾਬਾ ਜੀ ਮੇਰੀ ਸ਼ਰਧਾ ਸੀ, ਮੇਰੀ ਭਾਵਨਾ ਸੀ, ਮੈਂ ਗੁਰੂ ਦੇ ਮਤਲਬ ਹੱਥ ਲਾਏ ਕਿਤੇ ਆਪਣੇ ਮੱਥੇ ਤੇ ਲਾਏ ਆ, ਆਸ਼ੀਰਵਾਦ ਲਈ ਆ। ਮੈਂ ਕਿਹਾ ਹੁਣ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ, ਤੁਹਾਡੇ ਘਰ ਸਤਿਕਾਰਯੋਗ ਸਹੁਰਾ ਸਾਹਿਬ ਹੋਣਗੇ, ਸੱਸ ਸਾਹਿਬ ਹੋਣਗੇ, ਤੁਹਾਡੇ ਪੇਕੇ ਘਰ ਤੁਹਾਡੇ ਮਾਤਾ ਪਿਤਾ ਹੋਏਗਾ, ਤੇ ਆਪਣਾ ਮਾਤਾ ਪਿਤਾ ਨੂੰ, ਵੱਡਿਆਂ ਨੂੰ, ਬਜ਼ੁਰਗਾਂ ਨੂੰ, ਦਾਦੇ ਦਾਦੀ ਨੂੰ ਜਦੋਂ ਸਤਿਕਾਰ ਦੇਣਾ ਆਪਾਂ ਕੀ ਕਰਦੇ ਆ? ਕਹਿੰਦੀ ਆਪਾਂ ਚਰਨਾਂ 'ਚ ਲਾਉਨੇ ਆ ਨਾ, ਉਹਨਾਂ ਦੇ ਚਰਨਾਂ ਨੂੰ ਹੱਥ ਬੁਲਾਉਨੇ ਆ ਨਾ। ਮੈਂ ਹਾਂ ਲਾਉਂਦੇ ਆ ਨਾ, ਕਹਿੰਦੇ ਹਾਂਜੀ। ਤੇ ਮੈਂ ਕਿਹਾ ਫਿਰ ਉਹ ਜਿਹੜੇ ਬਜ਼ੁਰਗ ਆ, ਸਾਡੇ ਮਾਤਾ ਪਿਤਾ, ਦਾਦਾ ਦਾਦੀ ਆ, ਜਦੋਂ ਆਪਾਂ ਉਹਨਾਂ ਦੇ ਚਰਨਾਂ ਨੂੰ ਹੱਥ ਲਾਉਨੇ ਆ, ਚਰਨ ਪਰਸਦੇ ਆ, ਸਤਿਕਾਰ ਕਰਦੇ ਆ ਉਹਨਾਂ ਦਾ, ਤਾਂ ਫਿਰ ਉਹ ਕੀ ਕਰਦੇ ਆ? ਕਹਿੰਦੇ ਜੀ ਉਹ ਆਪਣੇ ਸਿਰ ਤੇ ਹੱਥ ਰੱਖਦੇ ਆ, ਆਸ਼ੀਰਵਾਦ ਦਿੰਦੇ ਆ। ਤੇ ਮੈਂ ਕਿਹਾ ਹੁਣ ਤੂੰ ਦੱਸ ਵੀ ਤੂੰ ਇਹ ਗੁਰੂ ਗ੍ਰੰਥ ਸਾਹਿਬ ਨੂੰ ਆਸ਼ੀਰਵਾਦ ਦਿੱਤੀ ਆ ਕਿ ਆਸ਼ੀਰਵਾਦ ਲਈ ਆ? ਮੈਂ ਕਿਹਾ ਇੱਕ ਨੰਬਰ ਇਹ ਝੂਠੀ, ਇਸ ਗੱਲ ਦਾ ਤੇਰਾ ਮਤਲਬ ਬਹੁਤ ਗਲਤ, ਤੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਰੱਖੇ ਆ। ਹੁਣ ਮੇਰੀ ਇੱਕ ਗੱਲ ਦੱਸੇ ਕਿ ਤੂੰ ਪਾਪ ਵੀ ਕੀਤਾ ਨਾਲ। ਕਹਿੰਦੀ ਜੀ ਉਹ ਕਿਸ ਤਰ੍ਹਾਂ? ਮੈਂ ਕਿਹਾ ਤੁਸੀਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਇਆ? ਕਹਿੰਦੇ ਟੇਕ ਕੇ ਆਏ ਆ। ਮੈਂ ਕਿਹਾ ਤੁਸੀਂ ਹਰਕੀ ਪੌੜੀ ਚੋਲਾ ਲਿਆ, ਛਕਿਆ ਅੰਮ੍ਰਿਤ? ਕਹਿੰਦੀ ਛਕਿਆ। ਮੈਂ ਕਿਹਾ ਕੜਾਹ ਪ੍ਰਸਾਦ ਦੇਗ ਲਈ? ਕਹਿੰਦੀ ਲਈ। ਖਾਧੀ? ਮੈਂ ਖਾਧੀ। ਖਾਣ ਤੋਂ ਬਾਅਦ ਨਾ ਕੀ, ਬਾਹਰ ਟੂਟੀ ਲੱਗੀ ਹੋਈ, ਉੱਥੇ ਵਾਸ਼ ਬੇਸਿਨ ਬਣਿਆ ਹੋਇਆ, ਸਾਬਣ ਵੀ ਪਿਆ ਹੋਇਆ, ਤੌਲੀਆ ਰੱਖਿਆ ਹੋਇਆ ਉੱਥੇ ਹੱਥ ਧੋਣ ਵਾਸਤੇ, ਸੰਧੇ ਵਾਲੇ ਜੂਠੇ ਹੱਥ ਧੋਣ ਵਾਸਤੇ। ਤੂੰ ਉੱਥੇ ਹੱਥ ਧੋਤੇ? ਆਂਦੀ ਨਹੀਂ ਧੋਤੇ। ਤੇ ਮੈਂ ਕਿਹਾ ਜੂਠੇ ਹੱਥ ਹੀ ਲਾਤੇ ਤੂੰ ਮਹਾਰਾਜ ਨੂੰ, ਰੁਮਾਲੇ ਨਾਲੇ ਰੁਮਾਲੇ ਥੰਦੇ ਕੀਤੇ, ਨਾਲੇ ਗੁਰੂ ਸਾਹਿਬ ਦੇ ਜੂਠੇ ਹੱਥ ਲਾਏ ਤੂੰ, ਤੇ ਨਾਲੇ ਤੂੰ ਆਸ਼ੀਰਵਾਦ ਦਿੱਤੇ ਗੁਰੂ ਸਾਹਿਬ ਨੂੰ। ਆਪਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਆਏ ਆ ਕਿ ਆਸ਼ੀਰਵਾਦ ਦੇਣ ਵਾਸਤੇ ਆਏ ਹੋ? ਤੂੰ ਦੱਸ ਕੇ ਤੂੰ ਆਪਣੇ ਦਾਦੇ ਦੇ, ਆਪਣੇ ਸੱਸ ਸਹੁਰੇ ਦੇ, ਮਾਤਾ ਪਿਤਾ ਦੇ ਸਿਰ ਤੇ ਹੱਥ ਰੱਖਦੀ ਹੁੰਦੀ ਆ ਕਿ ਚਰਨੀ ਹੱਥ ਲਾਉਣੀ ਹੈ? ਕਹਿੰਦੀ ਚਰਨੀ ਹੱਥ ਲਾਉਣੀ ਹੈ। ਤੇ ਮੈਂ ਫੇਰ ਇੱਥੇ ਕੀ ਕੀਤਾ ਜੀ? ਕਹਿੰਦੀ ਬਾਬਾ ਜੀ ਗਲਤੀ ਹੋ ਗਈ, ਗਾਂਹ ਨਹੀਂ ਕਰਾਂਗੇ। ਹੁਣ ਪਤਾ ਲੱਗਿਆ ਵੀ ਹੱਥ ਨਹੀਂ ਗੁਰੂ ਸਾਹਿਬ ਨੂੰ ਲਾਉਣੇ, ਗੁਰੂ ਸਾਹਿਬ ਦੀ ਬਾਣੀ ਨੂੰ ਗ੍ਰਹਿਣ ਕਰਨਾ ਹੈ। ਸਤਿਗੁਰੂ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਤੋਂ ਸਾਰੇ ਦਰਸ਼ਨ ਕਰਦੇ ਆ ਬਾਹਰੋਂ ਤਾਂ, ਪਰ ਭਾਈ ਕੇਵਲ ਦਰਸ਼ਨ ਕਰਦੇ ਨਾਲ ਨਹੀਂ, ਜਿੰਨਾ ਚਿਰ ਅਸੀਂ ਗੁਰੂ ਦੀ ਸ਼ਬਦ ਨੂੰ ਆਪਣੇ ਵਿਚਾਰ ਵਿੱਚ ਨਾ ਲਿਆਂਦਾ, ਜਿੰਨਾ ਚਿਰ ਗੁਰੂ ਦੀ ਉਪਦੇਸ਼ ਨੂੰ ਗ੍ਰਹਿਣ ਨਾ ਕੀਤਾ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਬਚਨ ਇਹ ਵੀ ਹੈ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ। ਸਿੱਖ ਸੇਵਕ ਗੁਰੂ ਦੇ ਦਰ ਤੇ ਆਉਂਦੇ ਆ, ਬਾਣੀ ਵੀ ਪੜ੍ਹਦੇ, ਸੇਵਾ ਵੀ ਕਰਦੇ ਆ, ਸਿਮਰਨ ਵੀ ਕਰਦੇ ਆ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ। ਪਰ ਸਤਿਗੁਰੂ ਅੱਗੇ ਜਾ ਕੇ ਇਹ ਸਵਾਲ ਪਾ ਦਿੰਦੇ ਆ ਬਾਣੀ ਪੜ੍ਹਨ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਨੂੰ, ਗੁਰੂ ਘਰ ਆਉਣ ਵਾਲਿਆਂ ਨੂੰ। ਕੀ ਕਹਿੰਦੇ ਸਤਿਗੁਰੂ ਜੀ? ਸਤਿਗੁਰੂ ਅੱਗੇ ਜਾ ਕੇ ਸਾਨੂੰ ਸਵਾਲ ਕਰਦੇ ਹਨ, ਉਹ ਵੀ ਧਿਆਨ ਨਾਲ ਸੁਣੀਏ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਕਿ ਜਿਹੜੇ ਗੁਰੂ ਕੇ ਸਿੱਖ ਸੇਵਕ ਗੁਰੂ ਦੀ ਸੇਵਾ ਕਰਦੇ ਆ, ਸਿਮਰਨ ਕਰਦੇ ਆ, ਬਾਣੀ ਪੜ੍ਹਦੇ ਆ, ਭਾਈ ਉਹਨਾਂ ਦੀ ਬਾਣੀ ਪੜ੍ਹੀ ਹੋਈ, ਸੇਵਾ ਕੀਤੀ ਹੋਈ ਦਰਗਾਹ 'ਚ ਪ੍ਰਵਾਨ ਹੋਣੀ, ਗੁਰੂ ਨੂੰ ਪ੍ਰਵਾਨ ਹੋਣੀ ਆ। ਮਹਾਰਾਜ ਕਿੰਨਾ ਦੀ ਅੱਗੇ ਜਾ ਕੇ ਦੱਸਤਾ ਅਗਲੀ ਪੰਕਤੀ ਵਿੱਚ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ। ਉਹਨਾਂ ਦੀ ਗੁਰਬਾਣੀ ਗਾਵੀ ਹੋਈ, ਸੁਣੀ ਹੋਈ ਦਰਗਾਹ ਵਿੱਚ ਪ੍ਰਵਾਨ ਹੋਣੀ ਆ, ਥਾਏ ਪੈਣੀ ਆ। ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ, ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਿਆ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕੀਤਾ ਤਾਂ ਆਪਣੇ ਜੀਵਨ ਨੂੰ ਢਾਲਿਆ ਹੈ ਗੁਰੂ ਦੇ ਉਪਦੇਸ਼ ਦੇ ਮੁਤਾਬਕ। ਉਹਨਾਂ ਦੀ ਪੜ੍ਹੀ ਹੋਈ ਬਾਣੀ, ਕੀਤੀ ਹੋਈ ਸੇਵਾ ਦਰਗਾਹ 'ਚ ਪ੍ਰਵਾਨ ਹੋਣੀ, ਗੁਰੂ ਦੇ ਦਰ ਤੇ ਪ੍ਰਵਾਨ ਹੋਣੀ ਹੈ। ਸੋ ਸੇਵਾ ਵੀ ਕਰਨੀ ਹੈ, ਬਾਣੀ ਵੀ ਪੜ੍ਹਨੀ ਹੈ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਉਹਦੇ ਮੁਤਾਬਕ ਜੀਵਨ ਵੀ ਢਾਲਣਾ। ਕਿਉਂਕਿ ਜੇ ਤੁਸੀਂ ਬਾਣੀ ਵੀ ਪੜ੍ਹਦੇ ਹੋ, ਸੇਵਾ ਵੀ ਕਰਦੇ ਹੋ, ਗੁਰੂ ਘਰ ਵੀ ਜਾਂਦੇ ਹੋ, ਤੇ ਪਰਾਇਆ ਹੱਕ ਵੀ ਖਾਂਦੇ ਹੋ, ਕਿਸੇ ਨਾਲ ਬੇਈਮਾਨੀ ਵੀ ਕਰਦੇ ਹੋ, ਕਿਸੇ ਨਾਲ ਹੇਰਾਫੇਰੀ ਵੀ ਕਰਦੇ ਹੋ,
ਤਾਂ ਫਿਰ ਸਤਿਗੁਰੂ ਉੱਥੇ ਵੀ ਸਾਨੂੰ ਉਪਦੇਸ਼ ਦਿੰਦੇ ਆ ਕਿ ਜੇ ਭਾਈ ਤੂੰ ਹੇਰਾਫੇਰੀ ਕਰਦਾ ਨਾ ਤੇ ਫਿਰ ਗੁਰਮੁਖਾ ਵੇਖ ਲਾ, ਪ੍ਰਮਾਤਮਾ ਨੇ, ਗੁਰੂ ਨੇ, ਪੀਰ ਨੇ ਤੇਰੀ ਹਾਮਿਆਂ ਨੂੰ ਹੀ ਭਰਨੀ, ਕਿਉਂਕਿ ਉੱਥੇ ਸਤਿਗੁਰਾਂ ਦਾ ਪਾਵਨ ਬਚਨ ਆਉਂਦਾ ਕਿ ਜਿਹੜੇ ਮਨੁੱਖ ਭਾਈ ਪਰਾਇਆ ਹੱਕ ਖਾਂਦੇ ਹਨ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਜਿਹੜੇ ਭਾਈ ਹਿੰਦੂ ਹੈ, ਸਿੱਖ ਹੈ, ਉਹ ਜੇ ਪਰਾਇਆ ਹੱਕ ਖਾਂਦੇ ਆ ਨਾ ਤੇ ਗਾਂ ਖਾਣ ਦੇ ਬਰਾਬਰ ਹੈ। ਤੇ ਜੇ ਮੁਸਲਮਾਨ ਹੱਕ ਖਾਂਦਾ ਨਾ ਪਰਾਇਆ, ਹੁਣ ਹਿੰਦੂ ਮਤ ਵਿੱਚ ਲੋਕ ਤਾਂ ਗਊ ਦੀ ਸੇਵਾ ਕਰਦੇ ਆ, ਪੂਜਾ ਕਰਦੇ ਆ, ਉਹਨੂੰ ਬਹੁਤ ਸਤਿਕਾਰ ਦਿੰਦੇ ਆ। ਤੇ ਸਤਿਗੁਰੂ ਕਹਿੰਦੇ ਜੇ ਭਾਈ ਗਾਂ ਦੀ ਪੂਜਾ ਕਰਨ ਵਾਲਾ, ਗਾਂ ਨੂੰ ਮਾਤਾ ਕਹਿਣ ਵਾਲਾ ਕਿਸੇ ਦਾ ਹੱਕ ਖਾਂਦਾ, ਕਿਸੇ ਨਾਲ ਬੇਈਮਾਨੀ ਕਰਦਾ, ਕਿਸੇ ਦਾ ਹੱਕ ਖੋਹਦਾ, ਤੇ ਸਤਿਗੁਰੂ ਕਹਿੰਦੇ ਵੀ ਉਹ ਸਮਝ ਲਓ ਵੀ ਗਾਂ ਦਾ ਮਾਸ ਖਾ ਰਿਹਾ। ਮੁਸਲਮਾਨ ਸੂਰ ਦਾ ਮਾਸ ਨਹੀਂ ਖਾਂਦੇ, ਲੇਕਿਨ ਜੇ ਮੁਸਲਮਾਨ ਕਿਸੇ ਦਾ ਹੱਕ ਪਰਾਇਆ ਖਾ ਰਿਹਾ ਤੇ ਸਤਿਗੁਰੂ ਕਹਿੰਦੇ ਵੀ ਉਹ ਸਮਝ ਲਓ ਵੀ ਸੂਰ ਦਾ ਮਾਸ ਖਾ ਰਿਹਾ ਮੁਸਲਮਾਨ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਗੁਰੂ ਤੇ ਪੀਰ ਉਹਦੀ ਹਾਮਿਆਂ ਭਰੇਗਾ, ਉਹਦਾ ਪੱਖ ਲਏਗਾ ਜਿਹੜਾ ਭਾਈ ਪਰਾਇਆ ਹੱਕ ਨਹੀਂ ਖਾਂਦਾ, ਜਿਹੜਾ ਬੇਈਮਾਨੀ ਨਹੀਂ ਕਰਦਾ, ਜਿਹਦੇ ਅੰਦਰ ਗੁਰੂ ਦਾ ਉਪਦੇਸ਼ ਹੈ, ਜਿਹਦੇ ਅੰਦਰ ਗੁਰੂ ਦਾ ਉਪਦੇਸ਼ ਦ੍ਰਿੜ ਕੀਤਾ ਹੈ। ਇਸੇ ਤਰ੍ਹਾਂ ਸਤਿਗੁਰਾਂ ਦਾ ਪਾਵਨ ਬਚਨ ਸਾਨੂੰ ਬਾਰ-ਬਾਰ ਸਾਨੂੰ ਸਮਝਾਉਂਦੇ ਆ ਕਿ ਕੂੜ ਬੋਲ ਮੁਰਦਾਰ ਖਾਏ। ਝੂਠ ਬੋਲਣਾ ਮੁਰਦਾ ਖਾਣ ਦੇ ਬਰਾਬਰ ਹੈ। ਹੁਣ ਮੁਰਦਾ ਤੇ ਕੋਈ ਹੱਥ ਲਾ ਕੇ ਨਹੀਂ ਤਿਆਰ, ਲਾਉਣ ਨੂੰ ਨਹੀਂ ਤਿਆਰ ਕਿਸੇ ਦੇ। ਕਿਸੇ ਦਾ ਰਿਸ਼ਤੇਦਾਰ ਚੜਾਈ ਕਰ ਜਾਵੇ ਤਾਂ ਆਪਾਂ ਉਹ ਰਿਸ਼ਤੇਦਾਰ ਦੀ ਚੜਾਈ ਕਰਨ ਤੇ ਜਾਂਦੇ ਸੰਸਕਾਰ ਕਰਨ ਤੇ, ਲੇਕਿਨ ਉਹ ਮ੍ਰਿਤਕ ਸਰੀਰ ਨੂੰ ਕੇਵਲ ਉਹਦੇ ਪਰਿਵਾਰ ਦੇ ਮੈਂਬਰ ਹੀ ਇਸ਼ਨਾਨ ਕਰਾਉਂਦੇ ਆ, ਦੂਜਾ ਲਾਗੇ ਨਹੀਂ ਲੱਗਦਾ ਕਿ ਮ੍ਰਿਤਕ ਨੂੰ ਹੱਥ ਨਹੀਂ ਲਾਉਣਾ। ਇੱਥੇ ਸਤਿਗੁਰੂ ਕਹਿੰਦੇ ਆ ਐ ਜੀਵ ਤੂੰ ਤੇ ਮ੍ਰਿਤੂ ਨੂੰ ਹੱਥ ਨਹੀਂ ਲਾਉਂਦਾ, ਤੇ ਉਸ ਤਰ੍ਹਾਂ ਤੂੰ ਚੱਪੜ ਕਰਕੇ ਤੂੰ ਮੁਰਦਾ ਹੀ ਖਾਈ ਜਾਂਦਾ। ਮਹਾਰਾਜ ਮੁਰਦਾ ਤੇ ਹੀ ਨਹੀਂ, ਅਸੀਂ ਮੁਰਦੇ ਨੂੰ ਹੱਥ ਨਹੀਂ ਲਾਉਂਦੇ, ਤੁਸੀਂ ਮੁਰਦਾ ਖਾਈ ਜਾਂਦੇ ਹੋ। ਤੇ ਮਹਾਰਾਜ ਬਾਣੀ ਕਹਿੰਦੀ ਕੂੜ ਬੋਲ ਮੁਰਦਾਰ ਖਾਏ। ਝੂਠ ਬੋਲਣਾ, ਪਰਾਇਆ ਹੱਕ ਖਾਣਾ, ਇਹ ਮੁਰਦਾ ਖਾਣ ਦੇ ਬਰਾਬਰ ਮੁਰਦਾ ਖਾ ਰਿਹਾ ਤੂੰ। ਅਵਰੀ ਨੂੰ ਸਮਝਾਉਣ ਜਾਏ, ਹੋਰਨਾਂ ਨੂੰ ਸਿੱਖਿਆ ਦੇ ਰਿਹਾ ਕਿ ਬਾਣੀ ਪੜਿਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ। ਆਪ ਤੂੰ ਪਰਾਇਆ ਹੱਕ ਖਾ ਖਾ ਕੇ ਮੁਰਦਾ ਖਾਈ ਜਾ ਰਿਹਾ, ਗਾਂ ਖਾਈ ਜਾਣ ਡਿਆ, ਸੂਰ ਖਾਈ ਜਾ ਰਿਹਾ। ਇਸ ਕਰਕੇ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਪਏ, ਗੁਰਮੁਖੋ ਜਿੱਥੇ ਤੁਸੀਂ ਬਾਣੀ ਪੜ੍ਹਨੀ, ਸੇਵਾ ਸਿਮਰਨ ਕਰਨੀ, ਉੱਥੇ ਤੁਹਾਡੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਹੈ। ਤੁਹਾਡੇ ਅੰਦਰ ਧਰਮ ਦਾ ਕਰਮ ਹੋਣਾ ਚਾਹੀਦਾ ਹੈ। ਤੁਹਾਡੇ ਅੰਦਰ ਗੁਰੂ ਦੀ ਉਪਦੇਸ਼ ਦੇ ਮੁਤਾਬਕ ਤੁਹਾਡਾ ਜੀਵਨ ਜਿਹੜਾ ਉਹ ਢਾਲਣਾ ਹੋਣਾ ਚਾਹੀਦਾ ਹੈ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਪਹਿਲੀ ਪੰਕਤੀ ਪੜ੍ਹੀ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਵ ਸਚਿਆਰਾ ਹੋਈ ਹੈ ਕੂੜਾ ਟੁੱਟੇ ਪਾਲ। ਕਿਸ ਤਰ੍ਹਾਂ ਸਚਿਆਰਾ ਹੋਇਆ ਜਾ ਸਕਦਾ ਮਹਾਰਾਜ? ਕਿਸ ਤਰ੍ਹਾਂ ਸਾਡੇ ਅੰਦਰੋਂ ਕੂੜ ਦੀ, ਝੂਠ ਦੀ ਦਾ ਪਰਦਾ, ਜਿਹੜੀ ਕੰਧ ਆ, ਦੂਰ ਹੋ ਸਕਦੀ ਹੈ? ਉਹ ਪਰਦੇ ਕਰਕੇ ਹੀ ਅਸੀਂ ਉਪਦੇਸ਼ ਗ੍ਰਹਿਣ ਕਰਕੇ ਵੀ, ਸੁਣ ਕੇ ਵੀ ਸਾਡੇ ਅੰਦਰ ਪਰਦਾ ਬਣਿਆ ਹੋਇਆ ਹੈ। ਲੇਕਿਨ ਉਹ ਪਰਦਾ ਕਰਕੇ ਹੀ ਸਾਡੇ ਅੰਦਰ ਜਿਹੜੇ ਆ ਵਿਸ਼ੇ ਵਿਕਾਰਾਂ ਦਾ, ਪਰਾਇਆ ਹੱਕ ਖਾਣ ਦਾ ਜਿਹੜੇ ਵਿਚਾਰ ਬਣੇ ਹੋਏ ਦੂਰ ਨਹੀਂ ਜਾਂਦੇ। ਤੇ ਮਹਾਰਾਜ ਕਿਸ ਤਰ੍ਹਾਂ ਹੋ ਸਕਦਾ? ਤੇ ਸਤਿਗੁਰੂ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਗੁਰੂ ਦੇ ਹੁਕਮ ਵਿੱਚ ਆ ਜਾ, ਗੁਰੂ ਦੇ ਹੁਕਮ ਵਿੱਚ ਆ ਜਾ, ਗੁਰੂ ਦੀ ਆਗਿਆ ਵਿੱਚ ਆ ਜਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਾਡੇ ਤੇ ਕਿਰਪਾ ਕੀਤੀ, ਰਹਿਮਤ ਕੀਤੀ ਹੈ। ਇੱਕ ਓਮਕਾਰ ਤੋਂ ਲੈ ਕੇ 18-10-20 ਤੱਕ ਸਾਨੂੰ ਬਾਰ-ਬਾਰ ਬੰਦਿਆਂ ਨੂੰ ਬੰਦਾ ਬਣਨ ਵਾਸਤੇ ਕਿਹਾ, ਐ ਬੰਦਿਆ ਬੰਦਾ ਬਣ ਜਾ। ਬੰਦਾ ਹੋਏ ਬੰਦਗੀ ਗਾਏ, ਬੰਦਕ ਹੋਏ ਬੰਦ ਸੁਧ ਲਹੈ। ਬੰਦਾ ਉਹੀ ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ, ਸਿਮਰਨ ਕਰਦਾ। ਤੇ ਇਹ ਨਹੀਂ ਕਿ ਸਿਮਰਨ ਕਰਨ ਵਾਲਾ ਕਿਰਤ ਨਹੀਂ ਕਰਦਾ, ਕਿਰਤ ਵੀ ਕਰਨੀ ਹੈ। ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਹੋ ਪਛਾਣੇ ਸੇ। ਕਾਲ ਵੀ ਕਿਰਤ ਵੀ ਕਰਨੀ ਹੈ, ਕਿਰਤ ਵਿੱਚੋਂ ਲੋੜਵੰਦ ਦੀ ਲੋੜ ਵੀ ਪੂਰੀ ਕਰਨੀ ਹੈ। ਜਿਸ ਤਰ੍ਹਾਂ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਜੀ ਨੇ ਇਹ ਬੀੜਾ ਚੁੱਕਿਆ ਹੋਇਆ, ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ, ਜੋ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਉਹਨਾਂ ਨੇ ਤਿਆਰ ਕੀਤਾ ਹੈ। ਲੋੜਵੰਦ ਬੱਚਿਆਂ ਤੱਕ ਉਹ ਪਹੁੰਚ ਕਰਦੇ ਹੈ, ਉਹਨਾਂ ਦੀ ਪੜ੍ਹਾਈ ਵਾਸਤੇ ਜੋ ਉਪਰਾਲਾ ਕਰ ਰਹੇ ਹਨ। ਇਹੀ ਅਸਲ ਵਿੱਚ ਇਨਸਾਨੀਅਤ ਹੈ।
ਔਰ ਇਸੇ ਤਰ੍ਹਾਂ ਨਾਲ ਜਿੱਥੇ ਪੜ੍ਹਾਈ ਕਰਾਉਂਦੇ ਨਾਲ ਇਹ ਵੀ ਇੱਕ ਗੁਰੂ ਦੀ ਬਾਣੀ ਨਾਲ ਜੋੜਦੇ ਹਨ ਬੱਚਿਆਂ ਨੂੰ। ਜਿਹੜੇ ਗੁਰੂ ਦੀ ਬਾਣੀ ਨਾਲ ਬੱਚੇ ਜੁੜਦੇ ਆ ਭਾਈ, ਉਹਨਾਂ ਤੇ ਸਤਿਗੁਰੂ ਦੀ ਕਿਰਪਾ ਹੁੰਦੀ, ਰਹਿਮਤ ਹੁੰਦੀ ਹੈ। ਉਹਨਾਂ ਦੇ ਇਹ ਲੋਕ ਵੀ ਤੇ ਪਰਲੋਕ ਵੀ ਸਤਿਗੁਰੂ ਕਿਰਪਾ ਕਰ ਦਿੰਦੇ ਹਨ। ਸੋ ਸਤਿਗੁਰੂ ਕਿਰਪਾ ਕਰ ਰਹਿਮਤ ਕਰੇ। ਜੋ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ, ਰਹਿਮਤ ਕੀਤੀ, ਅੱਜ ਦਾ ਪਾਵਨ ਉਪਦੇਸ਼ ਸਤਿਗੁਰਾਂ ਸਾਨੂੰ ਸਚਿਆਰ ਹੋਣ ਦਾ ਦੱਸਿਆ ਕਿ ਭਾਈ ਸਚਿਆਰਾ ਉਹ ਹੀ ਬਣ ਸਕਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ। ਸੁੰਦਰ ਸੁਗੜ ਸੂਰ ਸੋ ਬੇਤਾ, ਉਹੀ ਗਿਆਨਵਾਨ ਹੈ, ਉਹੀ ਸੱਚਾ ਹੈ, ਉਹੀ ਸੂਰਮਾ ਹੈ ਜੋ ਸਾਧੂ ਸੰਗ ਪਾਵੈ, ਜੋ ਗੁਰੂ ਦੀ ਸੰਗਤ ਵਿੱਚ ਆਉਂਦਾ, ਗੁਰੂ ਦੀ ਸ਼ਰਨ ਵਿੱਚ ਆਉਂਦਾ। ਸੋ ਆਪਾਂ ਜਿੰਨੇ ਵੀ ਇਸ ਕੈਂਪ ਵਿੱਚ ਹਾਜ਼ਰ ਹਾਂ, ਸਹਿਤ ਮੇਰੇ, ਆਪਾਂ ਗੁਰੂ ਅੱਗੇ ਅਰਦਾਸ ਕਰੀ, ਸਤਿਗੁਰੂ ਕਿਰਪਾ ਕਰਿਓ, ਰਹਿਮਤ ਕਰਿਓ, ਸਾਨੂੰ ਆਪਣੇ ਦਰ ਘਰ ਤੋਂ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿਓ। ਅਸੀਂ ਗੁਰਮੁਖ ਬਣ ਜਾਈਏ, ਅਸੀਂ ਸੱਚੇ ਜੀਵਨ ਵਾਲੇ ਬਣ ਜਾਈਏ, ਅਸੀਂ ਆਪ ਜੀ ਦਾ ਪਾਵਨ ਪਵਿੱਤਰ ਗਿਆਨ ਪ੍ਰਾਪਤ ਕਰਕੇ, ਹਾਸਲ ਕਰਕੇ ਔਰ ਮਨੁੱਖਤਾ ਦੀ ਸੇਵਾ ਕਰ ਸਕੀਏ। ਇਹੀ ਮਨੁੱਖਾ ਜੀਵਨ ਦਾ ਲਾਹਾ ਹੈ। ਪ੍ਰਾਣੀ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਮੁਗਦੀ ਚੱਲੀ ਰਹਿਣ। ਅਸੀਂ ਇਸ ਮਨੁੱਖਾ ਜੀਵਨ ਦਾ ਲਾਹਾ ਲੈ ਕੇ ਇਹ ਮਨੁੱਖਾ ਜੀਵਨ ਨੂੰ ਸਫਲ ਬਣਾ ਸਕੀਏ। ਸੋ ਮੈਂ ਬੇਨਤੀ ਕਰਾਂਗਾ ਕਿ ਇਸ ਪ੍ਰੋਜੈਕਟ ਨੂੰ ਚਲਾਉਣ ਵਾਲੇ ਮੇਰੇ ਅਤੀ ਸਤਿਕਾਰਯੋਗ, ਉਹਨਾਂ ਨੂੰ ਮੇਰਾ ਬਹੁਤ ਪਿਆਰ ਹੈ, ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ, ਜੋ ਯੂਕੇ ਵਾਲੇ ਹਨ, ਜਿਨ੍ਹਾਂ ਨੇ ਐਜੂਕੇਟ ਪੰਜਾਬ ਪ੍ਰੋਜੈਕਟ ਬੜੇ ਸਤੰਜੇ ਢੰਗ ਦੇ ਨਾਲ, ਜੋ ਕਿ 6 ਜੁਲਾਈ ਤੋਂ ਰੋਜ਼ਾਨਾ ਕੰਟੀਨਿਊਟ ਇਹ ਜੋ ਸੱਜੀ ਸ਼ਖਸੀਅਤ ਸਾਰੀ ਕੈਂਪ ਚਲਾ ਰਹੇ ਹਨ, ਦਾਸ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਹਨ। ਸਤਿਗੁਰੂ ਕਿਰਪਾ ਕਰ, ਰਹਿਮਤ ਕਰਨ। ਮੇਰੀ ਅਰਦਾਸ ਹੈ ਸਤਿਗੁਰਾਂ ਅੱਗੇ ਕਿ ਸਤਿਗੁਰੂ ਕਿਰਪਾ ਕਰਨ, ਉਹਨਾਂ ਦੇ ਸਿਰ ਤੇ ਹੱਥ ਰੱਖ ਕੇ, ਉਹਨਾਂ ਦੀ ਜਿੰਨੀ ਵੀ ਟੀਮ ਹੈ ਜਿਹੜੇ ਇਸ ਪ੍ਰੋਜੈਕਟ ਵਿੱਚ ਸੇਵਾ ਕਰ ਰਹੇ ਹਨ, ਸਤਿਗੁਰੂ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਇਸ ਚੱਜੇ ਢੰਗ ਨਾਲ ਸੇਵਾ ਇਹਨਾਂ ਕੋਲੋਂ ਸਦਾ ਵਾਸਤੇ ਲੈਂਦੇ ਰਹਿਣ। ਸਤਿਗੁਰੂ ਕਿਰਪਾ ਕਰਨ। ਦਾਸ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਦੀ ਆਪਨੇ ਖਿਮਾ ਕਰਨੀ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਜਗ੍ਹਾ ਦੇਣੀ। ਜਿਹੜੀਆਂ ਭੁੱਲਾਂ ਵਾ ਉਹ ਮੇਰੀਆਂ ਵਾ, ਜਿਹੜੀਆਂ ਗੁਰੂ ਦਾ ਉਪਦੇਸ਼ ਆ ਉਹ ਗੁਰੂ ਸਾਹਿਬ ਜੀ ਦਾ, ਉਹ ਆਪਣੇ ਹਿਰਦੇ ਵਿੱਚ ਵਸਾਉਣਾ, ਮੇਰੀਆਂ ਭੁੱਲਾਂ ਨੂੰ ਨਾ ਚਿਤਾਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਰਵੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਜਿਨ੍ਹਾਂ ਦੇ ਸਟੂਡੈਂਟ ਨੂੰ ਪਤਾ ਲੱਗ ਹੀ ਗਿਆ ਹੋਵੇਗਾ, ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਦਰਬਾਰ ਸਾਹਿਬ ਹੁਕਮਨਾਮਾ ਵੇਲੇ ਲਾਈਵ ਦੇ ਕੀਰਤਨ ਦੇ ਵਿੱਚ ਦਰਸ਼ਨ ਕੀਤੇ ਹੋਣਗੇ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ, ਜਿਨ੍ਹਾਂ ਨੇ ਇੰਨਾ ਸਮਾਂ ਕੱਢਿਆ। ਹੁਣ ਫਿਰ ਬੱਚਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਕਿਸੇ ਵੀ ਬੱਚੇ ਦਾ ਕੋਈ ਵੀ ਮਨ ਦੇ ਵਿੱਚ ਸਵਾਲ ਹੈ ਤਾਂ ਉਹ 78884 91761 ਤੇ ਜ਼ਰੂਰ WhatsApp ਕਰਨ। ਹੁਣ ਜਿਹੜੇ ਬੱਚਿਆਂ ਦੇ ਹੈਂਡ ਰੇਜ਼ ਨੇ ਆਪਾਂ ਉਹ ਲਵਾਂਗੇ ਜੀ। ਹਾਂਜੀ ਬੇਟਾ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬੇਟਾ। ਬੇਟਾ ਵੀਡੀਓ ਬੰਦ ਕਰਕੇ ਬੋਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਕਲੀਅਰ। ਮੈਮ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ। ਮੈਮ ਗੁਰਮੁਖ ਬਣਨ ਲਈ ਕਿਹੜੇ ਗੁਣਾਂ ਦਾ ਹੋਣਾ ਜ਼ਰੂਰੀ ਹੈ? ਗੁਰਮੁਖ ਬਣਨ ਦੀ ਬੇਟੇ ਮੈਂ ਤੁਹਾਨੂੰ ਦੱਸਤਾ, ਸਤਿਗੁਰਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਕਿ ਸਚਿਆਰਾ ਹੋਈਏ ਕੂੜੇ ਟੁੱਟੇ ਪਾਲ। ਕਿਸ ਤਰ੍ਹਾਂ ਸਚਿਆਰਾ ਹੋ ਜਾ ਸਕਦਾ, ਕਿਸ ਤਰ੍ਹਾਂ ਸਾਡੇ ਅੰਦਰੋਂ ਜਿਹੜੀ ਆ ਭਰਮ ਦੀ ਕੰਧ, ਝੂਠ ਦੀ ਕੰਧ ਕਿਸ ਤਰ੍ਹਾਂ ਟੁੱਟ ਸਕਦੀ, ਪਰਦਾ ਕਿਸ ਤਰ੍ਹਾਂ ਦੂਰ ਹੋ ਸਕਦਾ, ਉਹ ਕੇਵਲ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ, ਗੁਰੂ ਦੀ ਰਜ਼ਾ ਵਿੱਚ ਆ ਕੇ। ਜੇ ਆਪਾਂ ਗੁਰੂ ਦੀ ਬਾਣੀ ਨਾਲ ਜੁੜਾਂਗੇ ਤਾਂ ਸਤਿਗੁਰੂ ਸਾਨੂੰ ਝੂਠ ਬੋਲਣ ਤੋਂ ਰੋਕਣਗੇ, ਸਾਨੂੰ ਬੇਈਮਾਨੀ ਕਰਨ ਤੋਂ ਰੋਕਣਗੇ। ਅਸੀਂ ਜਦੋਂ ਵੀ ਕੋਈ ਕਰਮ ਕਰਾਂਗੇ ਨਾ ਤੇ ਸਾਨੂੰ ਗੁਰੂ ਦਾ ਉਪਦੇਸ਼ ਗ੍ਰਹਿਣ ਉੱਥੇ ਸਾਹਮਣੇ ਆਵੇਗਾ ਕਿ ਸਤਿਗੁਰੂ ਦੀ ਸਾਨੂੰ ਉਪਦੇਸ਼ ਕੀ ਹੈ, ਸਾਨੂੰ ਗੁਰੂ ਦੀ ਬਾਣੀ ਕੀ ਕਹਿੰਦੀ ਹੈ। ਗੁਰੂ ਦੀ ਬਾਣੀ ਕਹਿੰਦੀ ਵੀ ਝੂਠ ਨਹੀਂ ਬੋਲਣਾ, ਝੂਠ ਬੋਲ ਮੁਰਦਾਰ ਖਾਏ। ਝੂਠ ਬੋਲਣਾ ਮੁਰਦੇ ਖਾਣ ਦੇ ਬਰਾਬਰ ਹੈ। ਬੇਈਮਾਨੀ ਕਰਨੀ, ਕਿਸੇ ਦਾ ਹੱਕ ਹੋਣਾ, ਇਹ ਗਾਂ ਦਾ ਮਾਸ ਖਾਣ ਦੇ ਬਰਾਬਰ ਹੈ। ਤੇ ਜਦੋਂ ਆਪਾਂ ਇਹ ਕਰਮ ਕਰਾਂਗੇ ਤੇ ਫਿਰ ਸਤਿਗੁਰੂ ਦਾ ਉਪਦੇਸ਼ ਨੂੰ ਗ੍ਰਹਿਣ ਕਰਾਂਗੇ ਤੇ ਇਹ ਗੁਰਮੁਖਤਾਈ ਹੈ। ਇਹ ਗੁਰਮੁਖਤਾ ਬਣਾ ਜਿਹੜਾ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ, ਗੱਲਾਂ ਨਾਲ ਨਹੀਂ।
ਕੇਵਲ ਗੁਰੂ ਦਾ ਉਪਦੇਸ਼ ਕਰਨ, ਗੁਰੂ ਦੀ ਬਾਣੀ ਨਾਲ ਜੁੜ ਕੇ, ਗੁਰੂ ਦੀ ਬਾਣੀ 'ਚ ਇੱਕ ਇੱਕ ਲਫ਼ਜ਼ ਜਿਹੜਾ ਸਾਨੂੰ ਜੀਵਨ ਦੇਣ ਵਾਲਾ। ਬਹੁਤ ਸਾਰੀ ਬਾਣੀ ਜਿਹੜੀ ਸਾਨੂੰ ਉਹ ਸਿੱਧੇ ਅਰਥਾਂ ਵਿੱਚ ਲਿਖੀ ਹੋਈ ਆ, ਸਾਨੂੰ ਦੱਸਦੇ ਕਿ ਸਾਨੂੰ ਕੀ ਕਹਿ ਕੀ ਰਿਹਾ। ਕੁਝ ਬਾਣੀ ਜਿਹੜੀ ਆ ਸਾਨੂੰ ਸਟੀਕ ਪੜ੍ਹਨੀ ਪਵੇਗੀ ਜਾਂ ਕਿਸੇ ਕਥਾਵਾਚਕ ਤੋਂ ਉਹਦੇ ਅਰਥ ਪੁੱਛਣਾ ਪੈਣਗੇ, ਲੇਕਿਨ ਬਹੁਤੀ ਬਾਣੀ ਤਾਂ ਅਰਥਾਂ ਵਿੱਚ ਲਿਖੀ ਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਸਾਹਮਣੇ ਪਤਾ ਲੱਗ ਗਿਆ ਮਾਨਸ ਭਾਵ ਕੇ ਮਨੁੱਖਾ ਜੀਵਨ। ਕਰਤੂਤ ਜਿਹੜੇ ਸਾਡੇ ਕਰਮ ਜਿਹੜੇ ਉਹ ਪਸ਼ੂਆਂ ਵਾਲੇ ਆ, ਕਿਉਂਕਿ ਪਸ਼ੂ ਵੀ ਖਾਂਦੇ ਪੀਂਦੇ ਆ ਤੇ ਮਨੁੱਖ ਵੀ ਖਾਂਦਾ ਪੀਂਦਾ ਤੇ ਉਤਰਾ ਹੀ ਆ ਜਿਸ ਤਰ੍ਹਾਂ ਪਸ਼ੂ ਖਾਂਦੇ ਪੀਂਦੇ ਆ। ਜੇ ਮਨੁੱਖ ਦੇ ਕੰਮ ਨਾ ਆਵੇ ਤੇ ਫਿਰ ਪਸ਼ੂ ਨਾਲੋਂ ਵੀ ਭੈੜਾ। ਬਸ ਇਹ ਗੁਰਮੁਖੀ ਦੀ ਇਹੀ ਨਿਸ਼ਾਨੀ ਹੈ ਕਿ ਮਨੁੱਖ ਦੇ ਕੰਮ ਆਵੇ, ਭਲੇ ਦੇ ਕਰਮ ਕਰੇ, ਗੁਰਬਾਣੀ ਪੜ੍ਹੇ, ਸਿਮਰਨ ਕਰੇ ਔਰ ਨਸ਼ਾ ਨਾ ਕਰੇ, ਮਾੜੀ ਸੰਗਤ ਨਾ ਕਰੇ। ਇਹ ਗੁਰਮੁਖ ਦੀ ਨਿਸ਼ਾਨੀ ਨਹੀਂ ਹੈ। ਹੋਰ ਬੇਟੇ? ਬਹੁਤ ਬਹੁਤ ਧੰਨਵਾਦ ਜੀ। ਗੁਰਸਿੱਖ ਮੀਤ ਚੱਲਹੁ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਸਿੱਖ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ ਜੀ। ਹਾਂਜੀ ਬੇਟਾ ਜੀ, ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਵੀਰ ਜੀ ਦਾ ਬਹੁਤ ਸਚਿਆਰੇ ਕਿਵੇਂ ਹੋਣਾ। ਇੱਕ ਵੀਰ ਜੀ ਨੂੰ ਮੇਰਾ ਕੁਐਸਚਨ ਸੀ ਵੀ ਜਿਵੇਂ ਕਹਿੰਦੇ ਨੇ ਵੀ ਕਿਸੇ ਦਾ ਜੇ ਭਲਾ ਹੁੰਦਾ ਹੋਵੇ ਤਾਂ। ਆਵਾਜ਼ ਬੰਦ ਹੋ ਗਈ ਬੇਟੇ। ਆਵਾਜ਼ ਕੱਟੀ ਗਈ ਬੇਟਾ, ਅਨਮਿਊਟ ਹੋ ਜਾਂਦਾ ਤੁਹਾਡਾ, ਅਨਮਿਊਟ ਹੋ ਜਾਂਦਾ, ਅਨਮਿਊਟ ਕਰੋ। ਹਾਂਜੀ ਹਾਂਜੀ ਬੇਟੇ। ਵਾਹਿਗੁਰੂ ਜੀ, ਆਵਾਜ਼ ਆ ਰਹੀ ਹੈ? ਹਾਂਜੀ ਬੋਲੋ। ਪਹਿਲਾਂ ਤਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਸਮਝਾਇਆ। ਮੇਰੇ ਇੱਕ ਕੁਐਸਚਨ ਸੀ ਵੀਰ ਜੀ ਨੂੰ ਵੀ ਜਿਵੇਂ ਕਿਸੇ ਦਾ ਝੂਠ ਬੋਲਣ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ ਤਾਂ ਆਪਾਂ ਨੂੰ ਉੱਥੇ ਝੂਠ ਬੋਲ ਦੇਣਾ ਚਾਹੀਦਾ? ਹਾਂਜੀ ਮੈਂ ਇੱਕ ਤੈਨੂੰ ਥੋੜੀ ਸਾਖੀ ਸੁਣਾਵਾਂਗਾ ਝੂਠ ਬੋਲਣ ਦਾ। ਕਹਿਣ ਦਾ ਭਾਵ ਕਿ ਜੇ ਧਰਮ ਦਾ ਕਰਮ ਹੋ ਰਿਹਾ ਕੋਈ, ਉਹਦੇ ਵਿੱਚ ਵੀ ਬੜਾ ਕੁਛ ਵਾ, ਤੁਸੀਂ ਉਹਦੇ ਵਿੱਚ ਝੂਠ ਤੋਂ ਬਚ ਵੀ ਸਕਦੇ ਹੋ। ਇੱਕ ਲੰਮੀ ਗੱਲ ਨਾ ਹੋ ਜਾਵੇ, ਕੋਈ ਮਹਾਤਮਾ ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ ਬੈਠਾ ਹੋਇਆ ਤੇ ਲਾਗੇ ਦੀ ਗਾਂ ਲੰਘ ਗਈ ਤੇ ਮਗਰ ਕਸਾਈ ਆ ਗਿਆ ਤੇ ਕਸਾਈ ਪੁੱਛਣ ਲੱਗਾ ਮਹਾਤਮਾ ਨੂੰ ਕਿ ਮਹਾਤਮਾ ਜੀ ਇੱਥੇ ਗਾਂ ਗਈ ਸੀ ਤੇ ਰਸਤੇ 'ਚ ਬੈਠੇ ਸੀ, ਉਹ ਕਿਹੜੇ ਤਰਫ ਗਈ ਆ, ਮੈਂ ਕਿਤੇ ਦੂਜੇ ਉਲਟ ਪਾਸੇ ਨਾ ਚਲ ਜਾਵਾਂ। ਤੇ ਮਹਾਤਮਾ ਨੇ ਵੇਖਿਆ ਤੇ ਕਸਾਈ ਹੈ ਤੇ ਗਾਂ ਨੂੰ ਕੋ ਮਾਰੇਗਾ। ਉਹਨੇ ਗਾੜੀਆਂ ਕੀ ਕਿਹਾ ਮਹਾਤਮਾ ਨੇ? ਕਹਿੰਦੇ ਵੇਖੋ ਗੁਰਮੁਖਾ, ਅੱਖਾਂ ਦੇਖਦੀਆਂ ਲੇਕਿਨ ਬੋਲਦੀਆਂ ਨਹੀਂ, ਮੂੰਹ ਬੋਲਦਾ ਦੇਖਦਾ ਨਹੀਂ। ਅੱਖਾਂ ਨੇ ਦੇਖਿਆ ਗਾਂ ਨੂੰ, ਅੱਖਾਂ ਬੋਲ ਕੇ ਦੱਸ ਨਹੀਂ ਸਕਦੀਆਂ। ਮੂੰਹ ਨੇ ਦੇਖਿਆ ਨਹੀਂ, ਮੂੰਹ ਬੋਲਦਾ ਤੇ ਲੇਕਿਨ ਮੂੰਹ ਬੋਲ ਕੇ ਦੱਸੇ ਕਿਸ ਤਰ੍ਹਾਂ? ਮੂੰਹ ਨੇ ਦੇਖਿਆ ਹੀ ਨਹੀਂ। ਇਸ ਕਰਕੇ ਜਦੋਂ ਧਰਮ ਦਾ ਕਰਮ ਕਰਨਾ ਨਾ ਬੇਟੇ, ਉਹ ਤਾਂ ਬੜੀ ਵੱਡੀ ਕਸਵੱਟੀ ਹੈ। ਉਹ ਗੁਰੂ ਸਾਹਿਬ ਆਪ ਰਾਹ ਦੇ ਦਿੰਦਾ ਜੋ ਧਰਮ ਦਾ ਕਰਮ ਕਰਨ ਵਾਸਤੇ ਕੁਝ ਕਰਨਾ ਹੋਵੇ ਤਾਂ ਗੱਲਾਂ ਨਾਲ ਨਹੀਂ ਕਿ ਨਿੱਕੀ ਜੀ ਗੱਲ ਤੋਂ ਝੂਠ ਬੋਲਦਾ, ਨਿੱਕੀ ਗੱਲ ਤੋਂ ਝੂਠ ਬੋਲਦੇ। ਫੋਨ ਆ ਗਿਆ ਨਾ ਕਿਸੇ ਦਾ ਬੇਟੇ, ਫੋਨ ਹੀ ਆ ਗਿਆ ਤਾਂ ਆਪਾਂ ਫੋਨ ਤੇ ਪਤਾ ਕੀ ਨਹੀਂ, ਘਰੇ ਹੁੰਦੇ ਆ ਜੇ ਆ ਰਸਤੇ 'ਚ ਜੀ ਪਹੁੰਚਣ ਵਾਲੇ ਝੂਠ ਨਹੀਂ, ਇੱਕ ਹੋਰ ਕੀ ਹੈ। ਇਸ ਕਰਕੇ ਬੜੀ ਬਰੀਕੀ ਨਾਲ ਸੋਚਣ ਵਾਲੀ ਗੱਲ ਹੈ ਬੇਟੇ, ਬੜੀ ਔਖੀ ਘਾਟ ਹੈ ਝੂਠ ਤੋਂ ਬਚਣਾ। ਇਹ ਤੇ ਸੰਪੂਰਨਤਾ ਵਾਲੀ ਅਵਸਥਾ ਹੈ। ਇਹ ਗੁਰੂ ਦੀ ਉਪਦੇਸ਼ ਦੇ ਨਾਲ ਬਾਣੀ ਪੜ੍ਹ ਕੇ ਹੀ ਸਭ ਕੁਝ ਪ੍ਰਾਪਤ ਹੋਣਾ ਹੈ। ਸਿਮਰਨ ਕਰਕੇ, ਸੇਵਾ ਕਰਕੇ, ਜਦੋਂ ਮਨੁੱਖਤਾ ਦੀ ਸੇਵਾ ਕਰੋਗੇ ਸਾਰੀਆਂ ਰਸਤੇ ਸਤਿਗੁਰੂ ਦੇ ਦੇਣੇ। ਹਾਂਜੀ ਬੇਟਾ ਜੀ, ਅਨਮਿਊਟ ਕਰੋ ਬੇਟਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਤੁਸੀਂ ਪੰਕਤੀ ਬੋਲੀ ਸੀ, ਪਸ਼ੂ ਮਿਲੇ ਚੰਗਿਆਈਆਂ, ਖਾੜ ਖਾਵੇ ਅੰਮ੍ਰਿਤ ਦੇ। ਖਾੜ ਦਾ ਮੀਨਿੰਗ ਨਹੀਂ ਪਤਾ ਲੱਗਿਆ। ਖਾੜ ਦਾ ਵੀ ਸੁੱਕੇ ਪੱਠੇ ਖਾੜ ਹੁੰਦਾ, ਪਿੱਛੇ ਨਾ ਟਾਂਡੇ ਹੁੰਦੇ ਸੀ, ਮੱਕੀ ਦੇ ਟਾਂਡੇ। ਹਾਂਜੀ, ਉਹਨੂੰ ਕੋਈ ਖੜ ਕਹਿ ਦਿੰਦਾ ਸੀ, ਬੋਲੀਆਂ ਸੀ ਉਦੋਂ। ਸੁੱਕੇ ਪੱਠੇ, ਇੱਕ ਹੁੰਦਾ ਹਰਿਆ ਪੱਠਾ, ਇੱਕ ਹੁੰਦਾ ਸੁੱਕਾ ਪੱਠਾ। ਉਹਨੂੰ ਟਾਂਡੇ ਵੀ ਕਹਿ ਦਿੰਦੇ, ਕੋਈ ਖੜ ਕਹਿ ਦਿੰਦਾ ਸੀਗਾ। ਮੱਕੀ ਦੇ ਸੁੱਕੇ ਟਾਂਡਿਆਂ ਨੂੰ ਖੜ ਕਹਿ ਦਿੰਦੇ ਸੀਗੇ। ਸੁੱਕੇ ਟਾਂਡੇ, ਸੁੱਕੇ ਪੱਠੇ ਪਾ ਕੇ ਵੀ ਉਹ ਅੰਮ੍ਰਿਤ ਵਰਗਾ ਦੁੱਧ ਦਿੰਦੇ ਆ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਸੁੱਕੇ ਪੱਠੇ ਖਾ। ਹਾਂਜੀ ਬੇਟਾ ਜੀ, ਅਨਮਿਊਟ ਕਰ ਲਓ ਬੇਟਾ, ਅਨਮਿਊਟ ਕਰੋ ਬੇਟਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਮੇਰੇ ਦੋ ਕੁਐਸਚਨ ਹਨ ਜੀ। ਫਸਟ ਕੁਐਸਚਨ ਹੈ, ਸੁੰਦਰ ਸੋਗੜ ਸੂਰ ਸੋ ਬੇਤਾ, ਜੋ ਸਾਧੂ ਸੰਗ ਪਾਵੇ। ਵਾਹਿਗੁਰੂ ਜੀ, ਇਹਦੇ ਵਿੱਚ ਸੋਗੜ ਦਾ ਕੀ ਮੀਨਿੰਗ ਹੈ? ਸੁਗੜ ਸੱਜਾ ਸਿਆਣ, ਠੀਕ ਹੈ। ਸੱਜਾ ਕਹਿ ਲੋ, ਉਹਨੂੰ ਸਚਿਆਰ ਕਹਿ ਲੋ,
ਉਹਨੂੰ ਗੁਰਮੁਖ ਕਹਿ ਲਓ, ਸਾਰਾ ਅਰਥ ਦੇ ਉਹੀ ਬਣਨੇ ਆ, ਸਟੱਜੇ ਦਾ ਵੀ ਉਹੀ ਆ। ਗੁਰਮੁਖ ਕਹਿ ਲਓ, ਸਟੱਜਾ ਕਹਿ ਲਓ, ਸੁਗੜ ਕਹਿ ਲਓ, ਸਿਆਣਾ ਕਹਿ ਲਓ। ਹਾਂ ਬੇਟੇ, ਦੂਜਾ ਕੀ ਹੈ? ਵਾਹਿਗੁਰੂ ਜੀ, ਮੇਰਾ ਕੁਐਸਚਨ ਸੀ ਕਿ ਪਸ਼ੂ ਮਰੈ ਜਿਸ ਕਾਜ ਸਵਾਰੇ, ਇਸ ਦਾ ਕੀ ਮੀਨਿੰਗ ਹੈ? ਪਸ਼ੂ ਮਰੈ, ਹਾਂਜੀ, ਪਸ਼ੂ ਮਰੈ ਜਿਸ ਕਾਜ ਸਵਾਰੇ। ਜਦੋਂ ਪਸ਼ੂ ਮਰ ਜਾਂਦਾ ਨਾ, ਉਹਦੇ ਹੱਡ ਕੰਮ ਆਉਂਦੇ ਆ, ਉਹਦੇ ਚਮ ਕੰਮ ਆਉਂਦੇ, ਜੁੱਤੀਆਂ ਬਣਦੀਆਂ ਉਹਦੀਆਂ, ਚਰਬੀ ਕੰਮ ਆਉਂਦੀ ਆ। ਇਹ ਸਾਰਾ ਉਹਦੇ ਸਰੀਰ ਦੇ ਅੰਗ ਕੰਮ ਆ ਜਾਂਦੇ ਆ। ਤੇ ਇਹ ਅੰਤਰੀ ਭਾਵ ਅਰਥ ਬਣਦਾ ਵਾ ਪਸ਼ੂ ਵਾਹਿ ਮਰੈ, ਅੰਦਰੋਂ ਪਸ਼ੂ ਬਿਰਤੀ ਮਰ ਜਾਵੇ, ਪਸ਼ੂਆਂ ਵਾਲਾ ਸੁਭਾਅ ਮਰ ਜਾਵੇ। ਇਹ ਦੋ ਅਰਥ ਦੇ ਬਣਦੇ ਆ। ਬਾਹਰੀ ਭਾਵ ਬਣਦਾ ਪਸ਼ੂ ਦੇ ਮਰਨ ਦੇ ਕਰਕੇ ਉਹਦੇ ਸਰੀਰ ਕੰਮ ਆਉਂਦਾ। ਇਸੇ ਤਰ੍ਹਾਂ ਜਿਹਦੇ ਅੰਦਰੋਂ ਪਸ਼ੂ ਵਾਲੀ ਬਿਰਤੀ ਮਰ ਜਾਵੇ, ਉਹ ਬੰਦਾ ਮਨੁੱਖਤਾ ਦੇ ਕੰਮ ਆਉਂਦਾ ਹੈ, ਮਨੁੱਖਤਾ ਦੇ ਭਲੇ ਕੰਮ ਕਰਦਾ ਹੈ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਸਰ, ਮੇਰਾ ਕੁਐਸਚਨ ਸੀਗਾ ਜੇ ਕੋਈ ਗੁਰਬਾਣੀ ਨਹੀਂ ਪੜ੍ਹਦਾ, ਉਹਨਾਂ ਨੂੰ ਕਿੱਦਾਂ ਗੁਰਬਾਣੀ ਪੜ੍ਹਾਉਣੀ ਚਾਹੀਦੀ ਹੈ? ਕੌਣ ਨਹੀਂ ਪੜ੍ਹਦਾ? ਸਰ ਵਿੱਚ ਹੁੰਦੇ ਨਹੀਂ ਜੀ ਬੇਟੇ। ਬਾਣੀ ਦੇ ਬਹੁਤ ਸਾਰੇ ਲੋਕ ਨਹੀਂ ਪੜ੍ਹਦੇ, ਸਾਰੇ ਨਹੀਂ ਪੜ੍ਹਦੇ। ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਵਾ, ਜਿਨ੍ਹਾਂ ਦੇ ਪਰਿਵਾਰ 'ਚ ਗੁਰਬਾਣੀ ਪੜ੍ਹੀ ਜਾਂਦੀ ਹੈ, ਜਿਨ੍ਹਾਂ ਦੇ ਸਕੂਲਾਂ ਦੇ ਵਿੱਚ ਗੁਰਬਾਣੀ ਦਾ ਕੈਂਪ ਲੱਗਦੇ ਆ, ਜਿੱਦਾਂ ਤੁਸੀਂ ਕੈਂਪ 'ਚ ਬੈਠੇ ਹੋ, ਜਿਹੜੇ ਸੰਗਤ ਵਿੱਚ ਆਉਂਦੇ ਆ, ਕੈਂਪਾਂ ਵਿੱਚ ਆਉਂਦੇ ਆ, ਗੁਰਮਤ ਕੈਂਪਾਂ ਵਿੱਚ ਆਉਂਦੇ ਆ, ਜਾਂ ਗੁਰਮਤ ਸਕੂਲਾਂ 'ਚ, ਉਸ ਸਕੂਲਾਂ 'ਚ ਪੜ੍ਹਦੇ ਜਿਹੜੇ ਸਕੂਲਾਂ ਵਿੱਚ ਸਿੱਖਿਆ ਦਿੱਤੀ ਜਾਂਦੀ ਧਾਰਮਿਕ, ਜਿੱਥੇ ਬਾਣੀ ਨਾਲ ਜੋੜਿਆ ਜਾਂਦਾ, ਉਹ ਤਾਂ ਬਾਣੀ ਪੜ੍ਹਦੇ ਆ। ਤੇ ਲੇਕਿਨ ਸਾਰੇ ਬੰਦੇ ਨਹੀਂ ਪੜ੍ਹ ਸਕਦੇ ਜਿੰਨਾ ਚਿਰ ਸੰਗਤ ਵਿੱਚ ਨਾ ਆਉਣ। ਤੇ ਆਪਣਾ ਫਰਜ਼ ਬਣਦਾ, ਜਿੱਥੇ ਵੀ ਗੁਰੂ ਕਾ ਸਿੱਖ ਮਿਲਦਾ, ਗੁਰੂ ਕਾ ਪਿਆਰਾ ਮਿਲਦਾ, ਉਹਨੂੰ ਪ੍ਰੇਰਨਾ ਦੇਣੀ ਬਾਣੀ ਪੜ੍ਹਨ ਵਾਸਤੇ। ਵਾਹਿਗੁਰੂ ਜੀ, ਧੰਨਵਾਦ ਜੀ। ਹਾਂਜੀ ਬੇਟਾ ਜੀ, ਤੁਸੀਂ ਲਾਉਣਾ ਚਾਹੁੰਦੇ ਆ ਕਿਸੇ ਨੂੰ ਤਾਂ ਤੁਸੀਂ ਹੁਣ ਇਹ ਕੈਂਪ ਦਾ ਲਿੰਕ ਭੇਜੋ, ਉਹਨਾਂ ਨੂੰ ਕਹੋ ਕੈਂਪ ਸੁਣੋ, ਅਟੈਂਡ ਕਰੋ, YouTube ਤੇ ਦੇਖੋ। ਫਿਰ ਸੰਗਤ ਦੁਆਰਾ ਹੀ ਬਖਸ਼ਿਸ਼ ਹੁੰਦੀ ਹੈ ਗੁਰੂ ਦੀ ਵੀ। ਗੁਰੂ ਜੀ ਵੀ ਸੰਗਤ ਵਿੱਚ ਵਸਦੇ ਆ ਤੇ ਸੰਗਤ ਦੁਆਰਾ ਹੀ ਬਖਸ਼ਿਸ਼ ਹੁੰਦੀ ਹੈਗੀ। ਜਦੋਂ ਸੰਗਤ ਕਰਨਗੇ ਤੇ ਉਹ ਆਪਣੇ ਆਪ ਹੀ ਬਾਣੀ ਪੜ੍ਹਨ ਨੂੰ ਉਹਨਾਂ ਦਾ ਜੀ ਕਰੂਗਾ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ, ਮੇਰਾ ਕੁਐਸਚਨ ਇਹ ਆ, ਜਿਵੇਂ ਸਰ ਨੂੰ ਕਿ ਜਿੱਦਾਂ ਅਸੀਂ ਸਵੇਰੇ ਉੱਠਦੇ ਆ, ਸੁੱਤੇ ਮੂੰਹ ਅਸੀਂ ਬਾਣੀ ਜਿਵੇਂ ਸ਼ੁਰੂ ਕਰ ਲਈਏ ਤੇ ਵੀ ਵਾਸ਼ਰੂਮ ਜਾਣਾ ਪਵੇ, ਕਿ ਅਸੀਂ ਬਾਣੀ ਪੜ੍ਹ ਸਕਦੇ ਹਾਂ ਵਾਸ਼ਰੂਮ? ਕਿਸ ਤਰ੍ਹਾਂ ਬੇਟੇ? ਤਾਂ ਸੁੱਤੇ ਮੂੰਹ ਅਸੀਂ ਬਾਣੀ ਸ਼ੁਰੂ ਕਰਨੀ ਤੇ ਬਾਣੀ ਪੜ੍ਹਦੇ ਅਸੀਂ ਵਾਸ਼ਰੂਮ ਤੇ ਚੱਲ ਗਏ ਤੇ ਉੱਥੇ ਵੀ ਬਾਣੀ ਪੜ੍ਹ ਸਕਦੇ ਆ? ਨਹੀਂ ਬੇਟੇ, ਉੱਥੇ ਨਹੀਂ ਪੜ੍ਹ ਸਕਦੇ। ਬਾਥਰੂਮ ਜਾਂਦੇ ਹੋ ਤੁਸੀਂ, ਉੱਥੇ ਉਸ ਟਾਈਮ ਤੇ ਉਹਨੂੰ ਜੇ ਰੁਕ ਜਾਓ। ਤੇ ਜਿਹੜਾ ਸਵਾਲ ਹੁੰਦਾ ਨਾ, ਇਹ ਬੜਾ ਔਖੀ ਗੱਲ ਆ, ਜਿਹੜੀ ਇਹ ਘਾਟੀ ਆ ਨਾ, ਜਦੋਂ ਸਵਾਸ ਚੱਲ ਪੈਂਦਾ ਨਾ, ਸਵਾਸ ਦੇ ਨਾਲ ਅਟੈਚ ਹੋ ਜਾਂਦਾ, ਕਮਾਈ ਕਰਕੇ, ਸਿਮਰਨ ਕਰਕੇ। ਜਦੋਂ ਸਿਮਰਨ ਅੱਗੋਂ ਅੰਦਰ ਚੱਲਦਾ ਪਿਆ, ਸਵਾਸ ਦੇ ਨਾਲ ਅਟੈਚ ਹੋ ਗਿਆ, ਇਹ ਉਹ ਅਵਸਥਾ ਉਦੋਂ ਹੋਣੀ ਆ। ਬਾਣੀ ਪੜ੍ਹਦੇ ਆਪਾਂ ਟਾਈਮ ਮਤਲਬ ਖਰਾਬ ਨਾ ਹੋਵੇ ਸਾਡਾ, ਟਾਈਮ ਬਾਣੀ ਪੜ੍ਹੀ ਜਾਵੇ ਛੇਤੀ। ਉਹ ਇਹ ਬਾਥਰੂਮ ਜਾਣ ਲੱਗਿਆ ਬੇਟੇ ਬਾਣੀ ਦਾ ਸੰਕੋਚ ਕਰਨਾ ਚਾਹੀਦਾ ਬੇਟੇ, ਬਿਲਕੁਲ ਸਤਿਕਾਰ ਨਹੀਂ ਹੈਗਾ ਬਾਣੀ ਦਾ। ਬਾਥਰੂਮ ਜਾ ਕੇ ਮੁੜ ਕੇ ਫੇਰ ਤੁਸੀਂ ਬਾਣੀ ਪੜ੍ਹ ਲਓ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿ ਜੀ ਬੇਟੇ। ਮੈਮ, ਸਾਡਾ ਕੁਐਸਚਨ ਹੈ ਕਿ ਦੂਸਰਿਆਂ ਨੂੰ ਗੁਰਮਤ ਨਾਲ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੈ? ਭੈਣ ਜੀ ਨੇ ਦੱਸਿਆ, ਮੈਂ ਵੀ ਤੁਹਾਨੂੰ ਦੱਸਿਆ ਵੀ ਜਿੱਥੇ ਕੈਂਪ ਲੱਗਦੇ ਆ, ਸੰਗਤ ਵਿੱਚ ਲਿਆਉਣ ਦਾ ਯਤਨ ਕਰੋ, ਬੈਠ ਕੇ ਆਪ ਸੰਗਤੀ ਰੂਪ ਵਿੱਚ ਨਾਲ ਜੁੜਨ ਦਾ ਯਤਨ ਕਰੋ, ਉਹਨਾਂ ਨੂੰ ਪਿਆਰ ਦੇ ਨਾਲ ਮਤਲਬ ਯਤਨ ਕਰੋ ਜੋੜਨ ਵਾਸਤੇ, ਪਿਆਰ ਨਾਲ ਕਹਿ ਕੇ ਸੰਗਤ ਵਿੱਚ ਲਿਆਓ ਉਹਨੂੰ। ਜਿੱਥੇ ਵੀ ਕੈਂਪਾਂ ਵਿੱਚ ਲੈ ਕੇ ਆਓ, ਜਿਸ ਤਰ੍ਹਾਂ ਇਹ ਕੈਂਪ ਚੱਲ ਰਿਹਾ ਇਹਦੇ ਵਿੱਚ ਲੈ ਕੇ ਆਓ, ਬੜਾ ਕੁਛ ਮਿਲਦਾ ਸੰਗਤ ਵਿੱਚੋਂ। ਹਾਂਜੀ, ਧੰਨਵਾਦ ਜੀ, ਬਹੁਤ ਬਹੁਤ। ਹਾਂਜੀ ਬੇਟਾ, ਇੱਕ ਅੱਧਾ ਹੈ ਵਾਹਿ ਖਾਲਸਾ। ਕਿ ਜਿਵੇਂ ਹੁਣ ਨਰਾਤੇ ਚੱਲਦੇ ਆ ਤੇ ਇਸ ਦੇ ਵਿੱਚ ਕੋਈ ਲੋਕ ਜਿਹੜੇ ਉਹ ਆਪਣੇ ਘਰ ਦੇ ਵਿੱਚ ਜੋਤਾਂ ਜਿਹੜੀਆਂ ਜਗਾਉਂਦੇ, ਕੀ ਸਾਨੂੰ ਉਹ ਜਿਹੜੇ ਜੋਤ ਜਗਾਉਣੀ ਚਾਹੀਦੀ ਹੈ? ਨਹੀਂ ਬੇਟੇ, ਬਿਲਕੁਲ ਨਹੀਂ ਜਗਾਉਣੀ ਚਾਹੀਦੀ। ਗੁਰੂ ਦੀ ਬਾਣੀ ਜੋਤ ਆ, ਬਾਕੀ ਇਹ ਤੇ ਜੋਤਾਂ ਝੂਠੀਆਂ ਨੇ, ਬੁੱਝ ਜਾਂਦੀਆਂ, ਹਵਾ ਨਾਲ ਬੁੱਝ ਜਾਂਦੀਆਂ, ਤੇਲ ਨਾਲ ਚੱਲਦੀਆਂ।
ਤੇ ਅਸਲ ਵਿੱਚ ਜੋਤ ਗੁਰੂ ਜੀ ਦਾ ਨਾਮ ਹੈ। ਸਭ ਮੈਂ ਜੋ ਜੋਤ ਹੋਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰੂ ਦੀ ਬਾਣੀ ਪੜ੍ਹਨੀ ਹੈ। ਧੰਨਵਾਦ ਜੀ। ਗੁਰੂ ਦਾ ਸ਼ਬਦ ਹੀ ਉਹ ਜੋਤ ਹੈ ਜੀ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਗੁਰੂ ਦੇ ਸ਼ਬਦ ਦੀ ਜੋਤ ਲਾਉਣੀ ਹੈ, ਆਪਣੇ ਅੰਦਰ ਲਾਉਣੀ ਹੈ, ਭਾਵਨਾਨ ਪ੍ਰਾਪਤ ਕਰਨਾ, ਗੁਰੂ ਤੋਂ ਗਿਆਨ ਲੈ ਕੇ ਜੀਵਨ ਜਿਉਣਾ। ਉਹ ਜੋਤ ਲਾਉਣੀ ਹੈ, ਆਪਾਂ ਅੰਦਰ ਲਾਉਣੀ ਹੈ ਆਪਣੇ। ਤੇ ਜਿੱਥੇ ਹੁਣ ਨਵਰਾਤਿਆਂ ਦੀ ਗੱਲ ਕੀਤੀ ਤੇ ਅੱਜ ਮੈਂ YouTube ਤੇ ਥੋੜਾ ਦੇਖਿਆ ਤਾਂ ਉੱਥੇ ਇੱਕ ਦਿੱਲੀ ਦੇ ਵਿੱਚ ਨਾ 3-4 ਦੁਕਾਨਾਂ ਤੇ ਇੱਕ ਵੀਰ ਗਿਆ ਤੇ ਉਸਨੇ ਦੇਖਿਆ ਕਿ ਦੁਕਾਨਾਂ ਤੇ ਕੰਪਨੀਆਂ 3 ਕੰਪਨੀਆਂ ਵੱਲੋਂ ਇਹ ਬੜੀ ਵੱਡੀ ਸਾਜ਼ਿਸ਼ ਦੇ ਤੌਰ ਤੇ ਇੱਕ ਲੱਡੂ ਬਣਾ ਕੇ ਤੇ ਉੱਤੇ ਪੈਕਟ ਤੇ ਲਿਖਿਆ ਹੋਇਆ ਖਾਲਸਾ ਜੀ ਸਪੈਸ਼ਲ ਵਰਤ ਲੱਡੂ, ਖਾਲਸਾ ਜੀ ਸਪੈਸ਼ਲ ਵਰਤ ਲੱਡੂ। ਤੇ ਇਹ ਵੀ ਖਾਲਸੇ ਵੀ ਖਾਲਸੇ ਬਣਾਉਂਦੇ। ਤੇ ਉਹ ਵੀਰ ਨੇ ਕਿਹਾ ਕਿ ਖਾਲਸੇ ਤੇ ਕੋਈ ਵਰਤ ਦਾ ਸੰਬੰਧ ਹੀ ਨਹੀਂ ਹੈਗਾ ਖਾਲਸੇ ਦਾ। ਤੇ ਫਿਰ ਉਸਨੇ ਦੁਕਾਨਾਂ ਵਾਲਿਆਂ ਨੂੰ ਕਾਫੀ ਉਹਨਾਂ ਨੇ ਬੇਨਤੀ ਵੀ ਕੀਤੀ ਕਿ ਤੁਸੀਂ ਇਹ ਲੱਡੂ ਨਹੀਂ ਵੇਚ ਸਕਦੇ, ਤੁਸੀਂ ਜਿੱਥੋਂ ਆਏ ਹੋ ਵਾਪਸ ਕਰੋ। ਪਰ ਉਸਨੇ ਜਦੋਂ ਕੰਪਨੀਆਂ ਦੇ ਐਡਰੈਸ ਵਗੈਰਾ ਪੜ੍ਹੇ ਤਾਂ ਉਹ ਰਾਧੇ ਕੋਈ ਇਸ ਤਰ੍ਹਾਂ ਦੀਆਂ ਕੰਪਨੀ 3 ਤਰ੍ਹਾਂ ਦੀ ਕੰਪਨੀ ਉਹਨਾਂ ਨੂੰ ਮਿਲੀ ਕਿ ਉਹ ਕੰਪਨੀਆਂ ਰਾਹੀਂ ਸਾਜ਼ਿਸ਼ ਕੇ ਖਾਲਸਿਆਂ ਦੇ ਤਾਂ ਲੱਡੂ ਆ ਗਏ ਵਰਤਾਂ ਵਾਲੇ, ਖਾਲਸੇ ਵਰਤ ਕਿਉਂ ਨਹੀਂ ਰੱਖਦੇ। ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਨੇ ਬੇਟਾ ਆਪਾਂ ਨੂੰ ਅੱਛਾ ਗੁਰੂ ਦੇ ਨਾਲ ਜਿਹੜਾ ਜੁੜੂਗਾ ਨਾ ਤੇ ਉਹੀ ਬਚੂਗਾ ਇਹਨਾਂ ਪਖੰਡਾਂ ਤੋਂ। ਤੇ ਨਹੀਂ ਤੇ ਸਾਨੂੰ ਆਪਣੇ ਵਿੱਚ ਰਲਾਉਣ ਦੀ ਜਾਂ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਬਹੁਤ ਦੁਨੀਆ ਵੱਡੇ ਪੱਧਰ ਤੇ ਕਰ ਰਹੀ ਹੈ ਜੀ। ਸੋ ਵਾਹਿਗੁਰੂ ਜੀ ਕਿਰਪਾ ਕਰਨ, ਆਪਾਂ ਜਿੰਨੇ ਵੀ ਪਰਿਵਾਰ ਜੁੜੇ ਆ ਸਾਰੇ ਉਸ ਵਾਹਿਗੁਰੂ ਦੀ ਕਿਰਪਾ ਸਦਕਾ, ਬਖਸ਼ਿਸ਼ ਸਦਕਾ ਇਹੋ ਜਿਹੇ ਪਖੰਡਾਂ ਤੋਂ ਬਚ ਜਾਈਏ। ਸੋ ਫਿਰ ਤੋਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਗਿਆਨੀ ਸਿੰਘ ਸਾਹਿਬ, ਗਿਆਨੀ ਰਵੇਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਜਿਨ੍ਹਾਂ ਬੱਚਿਆਂ ਨੇ ਆਪਣੀ ਅਟੈਂਡੈਂਸ ਲਗਾ ਦਿੱਤੀ ਉਹ ਲੀਵ ਕਰ ਸਕਦੇ ਆ ਜੀ। ਜਿਨ੍ਹਾਂ ਬੱਚਿਆਂ ਨੇ ਨੰਬਰ ਨੋਟ ਕਰਨਾ ਹੈ ਜਾਪ ਦੇ ਲਈ, ਕੀਰਤਨ ਦੇ ਲਈ, ਤੇ ਫਿਰ ਲਾਸਟ ਤੇ ਇੱਕ ਵਾਰੀ ਫਿਰ ਤੋਂ ਉਹੀ ਬੇਨਤੀ ਹੈ, ਸੂਚਨਾ ਹੈ ਕਿ ਜਿਹੜੇ ਬੱਚਿਆਂ ਦਾ ਕਿਸੇ ਦਾ ਵੀ ਕੋਈ ਵੀ ਸਵਾਲ ਰਹਿੰਦਾ ਹੈ, ਹੈਂਡ ਰੇਜ਼ ਕਾਫੀ ਰਹਿ ਜਾਂਦੇ ਆ, ਸਮੇਂ ਦੀ ਸਮਾਪਤੀ ਹੋ ਜਾਂਦੀ ਹੈ, ਤਾਂ ਉਹ ਬੱਚੇ ਕੋਈ ਵੀ ਮਨ ਦੇ ਵਿੱਚ ਸਵਾਲ ਕਿਸੇ ਵੀ ਤਰ੍ਹਾਂ ਦਾ ਹੈ ਤਾਂ ਉਹ ਆਪਣਾ ਸਵਾਲ WhatsApp ਰਾਹੀਂ 78884 91761 ਤੇ ਆਪਣਾ ਸਵਾਲ ਲਿਖ ਕੇ, ਬੋਲ ਕੇ ਕਿਸੇ ਵੀ ਤਰੀਕੇ ਦੇ ਨਾਲ ਭੇਜ ਸਕਦੇ ਹੋ ਜੀ। ਤੁਹਾਡੇ ਹਰ ਸਵਾਲ ਦਾ ਜਵਾਬ ਮੰਗਲਵਾਰ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਰਲ ਮਿਲ ਕੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਸ ਵਾਹਿਗੁਰੂ ਦਾ ਸ਼ੁਕਰ ਸ਼ੁਕਰ ਸ਼ੁਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।